हाँ जी फ्रेंड, सॉरी कि थोड़ा जिहा विच डिस्टर्बेंस हो गई सी। सो ਅੱਗੇ ਆਪਾਂ ਪ੍ਰੋਸੀਡ ਕਰਦੇ ਹਾਂ ਡਾਲਟਨ ਦੀ ਐਟੋਮਿਕ ਥਿਊਰੀ। ਠੀਕ ਹੈ, ਆਪਾਂ 2 ਪੁਆਇੰਟ ਕਵਰ ਕਰ ਲਏ ਸੀ। ਨੈਕਸਟ ਥਰਡ ਪੁਆਇੰਟ ਆਪਾਂ ਗੱਲ ਕਰਦੇ ਹਾਂ। ਥਰਡ ਪੁਆਇੰਟ ਕਹਿੰਦਾ ਹੈ ਕੰਪਾਊਂਡਸ ਆਰ ਫਾਰਮਡ ਵੈਨ ਐਟਮਸ ਆਫ ਡਿਫਰੈਂਟ ਐਲੀਮੈਂਟਸ ਕੰਬਾਈਨਡ ਇਨ ਅ ਫਿਕਸਡ ਰੇਸ਼ੋ। ਆਪਾਂ ਇਹਨੂੰ ਇੱਕ ਤਰ੍ਹਾਂ ਦੀ ਕੰਪਾਊਂਡ ਦੀ ਡੈਫੀਨੇਸ਼ਨ ਵੀ ਕਹਿ ਸਕਦੇ ਹਾਂ ਵੀ ਕੰਪਾਊਂਡ ਕਿੱਦਾਂ ਬਣਦੇ ਆ ਜਦੋਂ ਆਪਾਂ 2 ਜਾਂ 2 ਤੋਂ ਜ਼ਿਆਦਾ ਐਲੀਮੈਂਟਸ ਨੂੰ ਕੰਬਾਈਨ ਕਰਦੇ ਹਾਂ ਇੱਕ ਫਿਕਸਡ ਰੇਸ਼ੋ 'ਚ। ਠੀਕ ਹੈ, ਜੇ ਤੁਹਾਨੂੰ ਪਿਛਲਾ ਟੌਪਿਕ ਕਲੀਅਰ ਹੋਇਆ ਹੈ ਲਾਅ ਆਫ ਕਾਂਸਟੈਂਟ ਕੰਪੋਜੀਸ਼ਨ ਤੇ ਕੰਪਾਊਂਡ ਦੀ ਡੈਫੀਨੇਸ਼ਨ, ਤਾਂ ਤੁਹਾਨੂੰ ਇਹ ਵੀ ਪੁਆਇੰਟ ਈਜ਼ੀਲੀ ਕਲੀਅਰ ਹੋ ਜਾਏਗਾ। ਠੀਕ ਹੈ, ਸੋ ਕੰਪਾਊਂਡ ਕੀ ਹੈ, ਸਿੰਪਲ ਕੀ ਗਿਆ ਵੀ ਕੰਪਾਊਂਡ ਕਿੱਦਾਂ ਬਣਿਆ ਜਦੋਂ 2 ਜਾਂ 2 ਤੋਂ ਐਲੀਮੈਂਟਸ ਨੂੰ ਕੰਬਾਈਨ ਕੀਤਾ। ਫੋਰ ਐਗਜ਼ਾਮਪਲ ਆਪਾਂ ਵਾਟਰ ਦੀ ਗੱਲ ਕਰੀਏ, ਵਾਟਰ ਇਜ਼ H2O। ਕਦੋਂ ਬਣੇਗਾ? ਜਦੋਂ ਮੈਂ ਹਾਈਡਰੋਜਨ ਦੇ 2 ਐਟਮਸ ਲਊਂਗੀ ਔਰ ਆਕਸੀਜਨ ਦੇ 1 ਐਟਮ ਲਊਂਗੀ ਤਾਂ ਵਾਟਰ ਦਾ ਇੱਕ ਮੋਲੀਕਿਊਲ ਬਣੇਗਾ। ਨੈਕਸਟ ਫੋਰਥ ਪੁਆਇੰਟ ਕੀ ਕਹਿੰਦਾ ਹੈ chemical reactions involve reorganization of atoms. These are neither created nor destroyed in a chemical reaction. ਇਹ ਥੋੜਾ ਆਪਾਂ ਕਹਿ ਸਕਦੇ ਹਾਂ ਫਰਸਟ ਲਾਅ ਦੀ ਤਰ੍ਹਾਂ ਵੈਲੀਡੇਟ ਹੈ। ਕੀ ਕਹਿੰਦਾ ਹੈ ਕੋਈ ਵੀ ਕੈਮੀਕਲ ਰਿਐਕਸ਼ਨ ਆਪਾਂ ਕਰਦੇ ਹਾਂ ਉਹਦੇ ਵਿੱਚ ਕੀ ਕਰਦੇ ਹਾਂ, ਨਾ ਤਾਂ ਕੋਈ ਨਵਾਂ ਐਲੀਮੈਂਟ ਬਣਦਾ ਹੈ ਤੇ ਨਾ ਹੀ ਕੋਈ ਪੁਰਾਣਾ ਡਿਸਟਰੋਏ ਹੁੰਦਾ। ਜਸਟ ਕੀ ਹੁੰਦਾ ਐਲੀਮੈਂਟਸ ਰੀਆਰਗੇਨਾਈਜ਼ ਹੋ ਜਾਂਦੇ। ਆਰਗੇਨਾਈਜ਼ ਵਰਡ ਹੁੰਦਾ ਕਿਸੇ ਨੂੰ ਕਿਸੇ ਤਰੀਕੇ ਨਾਲ ਰੱਖਣਾ, ਰੀਆਰਗੇਨਾਈਜ਼ ਮਤਲਬ ਨਵੇਂ ਤਰੀਕੇ ਨਾਲ ਰੱਖ ਹੋ ਜਾਂਦੇ ਵੈਸੇ ਐਲੀਮੈਂਟਸ, ਇਹੀ ਫਰਕ ਹੁੰਦਾ। ਠੀਕ ਹੈ, ਸੋ ਇੱਥੇ ਤੱਕ ਆਪਾਂ ਡਾਲਟਨਸ ਦੀ ਐਟੋਮਿਕ ਥਿਊਰੀ ਪੜ੍ਹ ਲਈ ਹੈ। ਇਹ ਇੰਪੋਰਟੈਂਟ ਹੈ, ਥੋੜਾ ਪੇਪਰ 'ਚ ਪੜ੍ਹ ਕੇ ਜਾਇਓ। ਨੈਕਸਟ ਜਿਹੜੀ ਚੀਜ਼ ਹੈ ਐਟੋਮਿਕ ਐਂਡ ਮੋਲੀਕੂਲਰ ਮਾਸ। ਠੀਕ ਹੈ, ਐਟੋਮਿਕ ਐਟਮ ਵੀ ਪੜ੍ਹ ਚੁੱਕੇ ਹਾਂ, ਮੋਲੀਕੂਲ ਕੀ ਪੜ੍ਹ ਚੁੱਕੇ ਹਾਂ। ਐਟਮ ਕੀ ਹੁੰਦਾ ਹੈ ਕਿਸੇ ਵੀ ਐਲੀਮੈਂਟ ਦਾ ਸਮੋਲੈਸਟ ਪਾਰਟੀਕਲ। ਠੀਕ ਹੈ, ਔਰ ਮੋਲੀਕੂਲ ਕੀ ਹੁੰਦਾ ਹੈ ਜਦੋਂ 2 ਜਾਂ 2 ਤੋਂ ਜ਼ਿਆਦਾ ਐਟਮਸ ਨੂੰ ਕੰਬਾਈਨ ਕਰਦੇ। ਠੀਕ ਆ, ਸੋ ਐਟੋਮਿਕ ਮਾਸ ਕੀ ਹੁੰਦਾ ਹੈ, ਮੋਲੀਕੂਲਰ ਮਾਸ ਕੀ ਹੁੰਦਾ ਹੈ। Atomic mass or the mass of an atom is actually very small because atoms are extremely small. ਆਪਾਂ ਪੜ੍ਹਿਆ ਵੀ ਜਿਹੜਾ ਐਟਮ ਹੈ ਬਹੁਤ ਛੋਟਾ ਹੈ, ਸੋ ਸੋਚੋ ਉਹਦਾ ਮਾਸ ਤਾਂ ਕਿੰਨਾ ਛੋਟਾ ਹੋਏਗਾ। ਸੋ ਫॉर एग्जांपल ਮਾਸ ਸਪੈਕਟ੍ਰੋਮੀਟਰੀ ਫॉर डिटरमिनिंग द एटॉमिक मास फेयरली एक्यूरेटली, ਕਿਉਂਕਿ ਅੱਜ ਕੱਲ੍ਹ ਤਾਂ ਸਾਡੇ ਕੋਲ ਬਹੁਤ ਸੋਫਿਸਟੀਕੇਟਡ ਟੈਕਨੀਕਸ ਹੈਗੀਆਂ ਜਿਹੜੀਆਂ ਸਾਨੂੰ ਹੈਲਪ ਕਰਨਗੀਆਂ ਐਟਮ ਦੇ ਮਾਸ ਫਾਈਂਡ ਕਰਨ ਵਿੱਚ। ਬਟ ਜੇ ਆਪਾਂ ਪੁਰਾਣੇ 19th ਸੈਂਚੁਰੀ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਦਾਂ ਦਾ ਕੁਛ ਵੀ ਨਹੀਂ ਸੀਗਾ। ਸੋ ਉਦੋਂ ਸਾਨੂੰ ਕੀ ਇੱਕ ਯੂਨਿਟ ਬਣਾਉਣੀ ਪਈ ਜਿਹਨੂੰ ਕਹਿੰਦੇ ਆ ਐਟੋਮਿਕ ਮਾਸ ਯੂਨਿਟ AMU। ਇਹ ਯੂਨਿਟ ਕੀ ਕਹਿੰਦੀ ਹੈ, ਇੱਥੇ ਤੁਹਾਨੂੰ ਰੁਕੋ ਮੈਂ ਡੈਫੀਨੇਸ਼ਨ ਦੱਸਦੀ ਹਾਂ ਐਟੋਮਿਕ ਮਾਸ ਯੂਨਿਟ ਦੀ। ਇਹਦੀ ਸਮਰੀ 'ਚ ਡੈਫੀਨੇਸ਼ਨ ਵਧੀਆ ਲਿਖੀ ਹੋਈ ਹੈ ਚੈਪਟਰ ਦੀ, ਉੱਤੋਂ ਤੁਸੀਂ ਡੈਫੀਨੇਸ਼ਨ ਪੜ੍ਹ ਸਕਦੇ ਹੋ। ਵੈਸੇ ਮੈਂ ਤੁਹਾਨੂੰ ਜਨਰਲ ਦੱਸ ਦਿੰਦੀ ਕੀ ਹੁੰਦਾ ਐਟੋਮਿਕ ਮਾਸ। ਐਟੋਮਿਕ ਮਾਸ ਕੀ ਹੁੰਦਾ ਹੈ, ਜੇ ਮੈਂ ਗੱਲ ਕਰਾਂ ਕਾਰਬਨ ਇਜ਼ ਐਲੀਮੈਂਟ। ਠੀਕ ਹੈ, ਉਹਦਾ ਐਟੋਮਿਕ ਮਾਸ 6 ਹੁੰਦਾ ਹੈ ਔਰ ਉਹਦਾ ਵੇਟ ਕੀ ਹੁੰਦਾ 12 ਹੁੰਦਾ ਹੈ। ਠੀਕ ਹੈ, ਸੋ ਜਦੋਂ ਉਹ ਕਾਰਬਨ ਉਹ ਵਾਲਾ ਐਟਮ ਲੈ ਲਾ ਮੈਂ, ਠੀਕ ਹੈ, ਉਹਦਾ ਇੱਕ ਐਟਮ ਲੈ ਕੇ ਉਹਦਾ ਐਗਜ਼ੈਕਟਲੀ 1/12 ਕਰਾਂ ਤਾਂ ਜੋ ਵੀ ਮਾਸ ਅਬਟੇਨ ਹੋਏਗਾ ਉਹਨੂੰ ਆਪਾਂ 1 AMU ਜਾਂ 1 ਐਟੋਮਿਕ ਮਾਸ ਯੂਨਿਟ ਕਹਿੰਦੇ ਹਾਂ। ਸੋ ਕੀ ਲਿਖਿਆ ਆ, ਕਹਿੰਦਾ ਕਾਰਬਨ 12 ਇਜ਼ ਵਨ ਆਫ ਦਾ, ਗੱਲ ਕਰ ਲਈ ਉਹਨੇ ਕਾਰਬਨ 12 ਸਟੈਂਡਰਡ ਆਪਾਂ ਲਿਆ ਹੋਇਆ ਔਰ ਇਹਨੂੰ 1961 'ਚ ਐਗਰੀ ਕਰ ਦਿੱਤਾ ਗਿਆ ਸੀ, ਅਪਰੂਵ ਕਰ ਦਿੱਤਾ ਗਿਆ ਸੀ। ਇਹ ਕੀ ਕਹਿੰਦਾ ਹੈ carbon 12 is assigned a mass of exactly 12 atomic units and masses of all other atoms are given relative to standard. ਸੋ ਕਹਿੰਦਾ ਜਿਹੜਾ ਕਾਰਬਨ 12, ਮੈਨੂੰ ਪਤਾ ਕਾਰਬਨ ਦਾ weight 12 ਹੁੰਦਾ ਹੈ। ਠੀਕ ਹੈ, ਸੋ ਉਹਨੂੰ ਆਪਾਂ 12 AMU ਕਹਿੰਦੇ ਹਾਂ। ਸੋ ਜੇ ਆਪਾਂ ਯੂਨਿਟਰੀ ਮੈਥਡ ਆਪਾਂ ਨੂੰ ਆਉਂਦਾ ਆ, ਸੋ ਕਾਰਬਨ ਪੂਰੇ ਐਟਮ ਦੇ ਵਿੱਚ ਕਿੰਨਾ weight ਹੈ 12 AMU। ਸੋ ਜੇ ਮੈਂ 1 ਐਟਮ ਦਾ ਮਾਸ ਕੱਢਣਾ ਹੋਏਗਾ ਮੈਂ ਕਾਰਬਨ ਦਾ 1/12 ਕਰ ਲੂੰਗੀ, ਮੈਨੂੰ ਐਟੋਮਿਕ ਮਾਸ ਯੂਨਿਟ ਮਿਲ ਜਾਏਗਾ। So 1 atomic mass unit is defined as a mass exactly equal to 1/12 of the mass of the 1 carbon atom. So ਇੱਕ ਕਾਰਬਨ ਦਾ ਐਟਮ ਲੈ ਕੇ ਉਹਦੇ weight ਦਾ 1/12 ਕਰਦਾ ਤੇ ਜਿਹੜਾ ਵੀ ਮੇਰੇ ਕੋਲ obtain ਹੋਏਗਾ ਉਹਨੂੰ ਮੈਂ atomic mass unit ਕਹੂੰਗੀ। ਸੋ ਇਹ ਕੈਲਕੂਲੇਟ ਕੀਤਾ ਗਿਆ ਤਾਂ 1 AMU ਦੀ ਵੈਲਿਊ ਆਈ 1.66 into 10⁻⁻24 ਗ੍ਰਾਮ। ਤੇ -24 ਦਾ ਧਿਆਨ ਰੱਖਣਾ। ਦੇਖੋ ਸਾਨੂੰ ਪਤਾ ਅਸੀਂ ਚੀਜ਼ ਕੋਈ ਖਰੀਦਦੇ ਹਾਂ ਕਿਲੋਗ੍ਰਾਮ 'ਚ ਖਰੀਦਦੇ ਹਾਂ, ਚਲੋ ਗ੍ਰਾਮ 'ਚ ਵੀ ਖਰੀਦਦੇ ਹੋਵਾਂਗੇ। ਹੁਣ ਗ੍ਰਾਮ ਦਾ 1.66056 ਦਾ ਕਿੰਨਾ ਡਿਵਾਈਡ ਕਰਨਾ, ਉਹਨੂੰ ਡਿਵਾਈਡ ਕਰਨਾ 10 ਦੇ ਨਾਲ 24 ਜ਼ੀਰੋ, ਹੁਣ ਇੰਨੀ ਚੀਜ਼ ਨਾਲ ਡਿਵਾਈਡ ਕਰਨਾ, ਸੋਚੋ ਕਿੰਨਾ ਛੋਟਾ ਹੋਵੇਗਾ। ਸੋ ਇੰਨਾ ਛੋਟਾ ਡਿਪਿਕਟ ਕਰਨਾ ਥੋੜਾ ਔਖਾ ਹੈ। ਸੋ ਆਪਾਂ ਸਿੰਪਲ ਮੰਨ ਲਿਆ ਵੀ ਆਪਾਂ 1 AMU ਲੈ ਲਈਏ। ਠੀਕ ਹੈ, ਸੋ ਉਹਨਾਂ ਨੇ ਇੱਕ ਯੂਨਿਟ ਮੰਨ ਲਈ 1 AMU। ਸੋ ਆਪਾਂ ਨੂੰ ਪਤਾ ਆ ਵੀ ਇਹ AMU 1 AMU ਬਣ ਗਿਆ ਔਰ ਉਹਨੇ ਦੂਜੀ ਗੱਲ ਦਿੱਤੀ ਆ ਮਾਸ ਆਫ ਐਨ ਐਟਮ ਆਫ ਹਾਈਡਰੋਜਨ ਕਿੰਨਾ 1.673, ਥੋੜਾ ਜਿਹਾ ਫਰਕ ਹੋਏਗਾ into 10⁻24। ਠੀਕ ਹੈ ਜੀ, ਸੋ ਹਾਈਡਰੋਜਨ ਦਾ ਜਿਹੜਾ ਐਟਮ ਹੈ ਉਹਦਾ ਆਪਾਂ ਮਾਸ ਮੰਨ ਲੈਂਦੇ ਹਾਂ 1.0080 AMU। ਇਹਨਾਂ ਸੋਚਣ ਦੀ ਲੋੜ ਨਹੀਂ, ਜਸਟ ਇਹ ਡੈਫੀਨੇਸ਼ਨ ਹੈ AMU ਦੀ ਯਾਦ ਰੱਖਣੀ, 1 ਐਟੋਮਿਕ ਮਾਸ ਯੂਨਿਟ ਕੀ ਹੁੰਦਾ। ਔਰ ਅੱਜ ਕੱਲ੍ਹ ਆਪਾਂ AMU ਨਹੀਂ ਲਿਖਦੇ, ਸਿੰਪਲ U ਲਿਖਦੇ ਨੇ ਜਿਹਦਾ ਮਤਲਬ ਹੁੰਦਾ ਯੂਨੀਫਾਈਡ ਮਾਸ। ਠੀਕ ਹੈ ਜੀ, ਸੋ ਨੈਕਸਟ ਹੈ ਐਵਰੇਜ ਐਟੋਮਿਕ ਮਾਸ। ਕਹਿੰਦਾ
ਕੀ ਹੁੰਦਾ ਹੈ, ਕੋਈ ਵੀ ਐਲੀਮੈਂਟ ਹੈ ਨਾ ਉਹ ਹਮੇਸ਼ਾ ਇੱਕੋ ਫਾਰਮ 'ਚ ਨਹੀਂ ਮਿਲਦਾ, ਉਹਦੀਆਂ ਡਿਫਰੈਂਟ ਫਾਰਮਸ ਮਿਲ ਜਾਂਦੀਆਂ ਜਿਨ੍ਹਾਂ ਨੂੰ ਆਪਾਂ ਆਈਸੋਟੋਪਸ ਕਹਿੰਦੇ ਹਾਂ। ਹੁਣ ਦੇਖੋ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦੱਸਦੀ ਹਾਂ, ਡਾਲਟਨ ਨੇ ਕੀ ਕਿਹਾ ਸੀ, ਕਿਸੇ ਵੀ ਐਲੀਮੈਂਟ, ਸੈਕਿੰਡ ਪੁਆਇੰਟ ਪੜੋ ਡਾਲਟਨ ਦਾ, ਵੀ ਕਿਸੇ ਵੀ ਐਲੀਮੈਂਟ ਦੇ ਸਾਰੇ ਐਟਮਸ ਦੀ ਕੀ ਹੋਏਗੀ, ਉਹਨਾਂ ਦੀ ਆਇਡੈਂਟੀਕਲ ਮਾਸ ਹੋਏਗਾ ਤੇ ਉਹਨਾਂ ਦੀ ਆਇਡੈਂਟੀਕਲ ਪ੍ਰੋਪਰਟੀਜ਼ ਹੋਣਗੀਆਂ। ਪਰ ਇਹ ਚੀਜ਼ ਪੂਰੀ ਤਰ੍ਹਾਂ ਵੈਲਿਡ ਨਹੀਂ ਹੈਗੀ। ਇਹ ਚੀਜ਼ ਆ ਕੇ ਥੋੜ੍ਹੀ ਜਿਹੀ ਲੜਕ ਜਾਂਦੀ, ਕਹਿ ਲੈਂਦੇ ਆਪਾਂ ਵੀ ਥੋੜ੍ਹੀ ਡਿਸਟਰਬ ਹੁੰਦੀ ਆ ਕੇਸ ਦੇ ਵਿੱਚ ਆਈਸੋਟੋਪਸ ਦੇ ਵਿੱਚ, ਠੀਕ ਹੈ। ਸੋ ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਐਗਜ਼ਾਮਪਲ ਦੱਸਦੀ, ਆਈਸੋਟੋਪਸ ਕੀ ਹੁੰਦੇ ਆ। ਆਈਸੋ ਹੁੰਦਾ ਸੇਮ, ਜਸਟ ਯਾਦ ਰੱਖਣ ਲਈ ਹੈ, ਆਈਸੋਟੋਪ ਸਮਝ ਲਓ ਮਾਸ, ਠੀਕ ਹੈ, ਸੌਰੀ ਨੰਬਰ। ਹੁਣ ਆਪਾਂ ਅਟੋਮਿਕ ਨੰਬਰ ਪੜ੍ਹਾਂਗੇ, ਅਟੋਮਿਕ ਡੈਫੀਨੇਸ਼ਨ ਪੜ੍ਹਾਂਗੇ। ਸੋ ਜਿਹੜੇ ਆਈਸੋਟੋਪਸ ਹੁੰਦੇ ਆ ਉਹ ਐਟਮਸ ਉਹਨਾਂ ਦਾ ਸੇਮ ਹੁੰਦਾ, ਬਟ ਡਿਫਰੈਂਟ ਐਲੀਮੈਂਟਸ ਦਾ ਡਿਫਰੈਂਟ ਮਾਸ ਹੁੰਦਾ, ਠੀਕ ਹੈ। ਸੇਮ ਐਲੀਮੈਂਟ ਦੇ ਐਟਮਸ ਹੁੰਦੇ ਆ ਬਟ ਉਹਨਾਂ ਦਾ ਮਾਸ ਡਿਫਰੈਂਟ ਹੁੰਦਾ। ਸੋ ਅੱਗੇ ਪੜ੍ਹਾਂਗੇ। ਸੋ ਉਹਨਾਂ ਦੇ ਕੇਸਿਸ ਦੇ ਵਿੱਚ ਸਾਨੂੰ ਕੀ ਕਰਨਾ ਪੈਂਦਾ, ਐਵਰੇਜ ਅਟੋਮਿਕ ਮਾਸ ਕਰਨਾ ਪੈਂਦਾ, ਕਿਉਂਕਿ ਐਟਮ ਦੋਨੋਂ ਸੇਮ ਹੈ, ਐਲੀਮੈਂਟ ਸੇਮ ਹੈ। ਲਾਈਕ ਮੈਂ ਗੱਲ ਕਰਾਂ ਕਾਰਬਨ ਦੇ ਸਾਨੂੰ 2 ਆਈਸੋਟੋਪਸ ਮਿਲਦੇ ਆ, 3, ਕਾਰਬਨ 12, ਕਾਰਬਨ 13, ਕਾਰਬਨ 14। ਹੁਣ ਹੈ ਤਿੰਨੋਂ ਕਾਰਬਨ ਹੀ, ਫਰਕ ਕਿੱਥੇ ਹੈ, ਮਾਸ। ਪਹਿਲੇ ਵਾਲੇ ਦਾ ਮਾਸ ਹੈਗਾ 12 AMU, ਦੂਜੇ ਦਾ ਹੈਗਾ 13 AMU, ਚੌਥੇ ਦਾ ਹੈਗਾ 14 AMU, ਠੀਕ ਆ। ਸੋ ਉਹਨਾਂ ਤਿੰਨਾਂ ਦਾ ਮੈਨੂੰ ਕੀ ਹੈ, ਨੈਕਸਟ ਚੀਜ਼ ਲਿਖੀ ਹੋਈ ਅਬੰਡੈਂਸ ਹੁੰਦੀ ਸਾਨੂੰ ਕਿੰਨਾ ਮਿਲਦਾ। ਸੋ ਨੇਚਰ ਦੇ ਵਿੱਚ ਜਿਹੜਾ ਜ਼ਿਆਦਾਤਰ ਸਾਨੂੰ ਮਿਲਦਾ ਉਹ ਕਾਰਬਨ 12 ਵੀ ਮਿਲਦਾ, ਬਟ 13 ਵਾਲਾ ਵੀ ਮਿਲਦਾ ਔਰ 14 ਵਾਲਾ ਵੀ ਮਿਲਦਾ। ਮਿਲਦੇ ਤਾਂ ਤਿੰਨੋਂ ਨਾ, ਆਪਾਂ ਤਿੰਨਾਂ ਨੂੰ ਇਗਨੋਰ ਥੋੜੀ ਨਾ ਕਰ ਸਕਦੇ। ਸੋ ਸਾਨੂੰ ਤਿੰਨਾਂ ਦਾ ਕੀ ਕਰਨਾ ਪੈਂਦਾ, ਐਵਰੇਜ ਕੱਢਣਾ ਪੈਂਦਾ। ਸੋ ਇਸ ਕਰਕੇ ਐਵਰੇਜ ਕੱਢ ਕੇ ਮੇਰਾ ਜਿਹੜਾ ਐਕਚੁਅਲ ਵੈਲਿਊ ਆਉਂਦੀ ਉਹ ਕਿੰਨੀ ਆਉਂਦੀ ਹੈ, 12.010। ਸੋ ਜਨਰਲੀ ਆਪਾਂ ਕਾਰਬਨ ਦਾ ਜਿਹੜਾ ਮਾਸ ਹੈ ਉਹ ਕਿੰਨਾ ਲੈ ਲਈਦਾ ਆ, 12 ਲੈ ਲਈਦਾ ਨਾ, ਇਸੇ ਕਰਕੇ ਲਈਦਾ ਕਿਉਂਕਿ ਉਹ ਐਵਰੇਜ ਕੱਢਿਆ ਹੋਇਆ, ਠੀਕ ਹੈ ਜੀ। ਸੋ ਨੈਕਸਟ ਜਿਹੜੀ ਚੀਜ਼ ਹੈ ਮੋਲੀਕੂਲਰ ਮਾਸ। ਹੁਣ ਮੋਲੀਕੂਲਰ ਮਾਸ ਬਹੁਤ ਸੌਖਾ ਹੈ ਕੱਢਣਾ, ਪੜ੍ਹ ਕੇ ਦੇਖੋਗੇ ਬਹੁਤ ਈਜ਼ੀਲੀ ਹੈ। ਮੈਂ ਕੀ ਦੱਸਿਆ ਸੀ, ਮੋਲੀਕੂਲ ਕਿੱਥੋਂ ਬਣਿਆ, ਡਿਫਰੈਂਟ ਐਟਮਸ ਤੋਂ। ਮੈਨੂੰ ਉਮੀਦ ਹੈ, ਮੈਨੂੰ ਲੱਗਦਾ ਤੁਹਾਨੂੰ ਸ਼ਾਇਦ 18 ਤੱਕ ਸਾਰਿਆਂ ਦੇ ਅਟੋਮਿਕ ਨੰਬਰ ਤੇ ਅਟੋਮਿਕ ਮਾਸ ਕਲੀਅਰ ਹੋਣਗੇ, ਠੀਕ ਹੈ। ਜੇ ਤੁਹਾਨੂੰ ਅਟੋਮਿਕ ਮਾਸ ਤੇ ਨੰਬਰ ਕਲੀਅਰ ਹੈ ਤਾਂ ਤੁਸੀਂ ਈਜ਼ੀਲੀ ਇਸ ਟੌਪਿਕ ਨੂੰ ਕਰ ਸਕਦੇ ਹੋ। ਸੋ ਮੋਲੀਕੂਲਰ ਮਾਸ ਕੀ ਹੁੰਦਾ ਹੈ, ਇਜ਼ ਦ ਸਮ ਆਫ ਅਟੋਮਿਕ ਮਾਸਿਸ ਆਫ ਐਲੀਮੈਂਟ। ਸਿੰਪਲ, ਮੋਲੀਕੂਲ ਕਿੱਥੋਂ ਬਣਿਆ, ਡਿਫਰੈਂਟ ਐਟਮਸ ਤੋਂ। ਸੋ ਡਿਫਰੈਂਟ ਐਟਮਸ ਦਾ ਮਾਸ ਜੋੜ ਦੋ, ਉਹ ਕੀ ਬਣ ਜਾਏਗਾ, ਮੋਲੀਕੂਲ ਦਾ ਮਾਸ। ਫॉर एग्जाम्पल ਉਹਨੇ ਗੱਲ ਲਈ ਹੈ ਮੋਲੀਕੂਲਰ ਮਾਸ ਆਫ ਮੀਥੇਨ ਕੰਪਾਊਂਡ ਹੈ, ਠੀਕ ਹੈ। ਮੀਥੇਨ ਦਾ ਫਾਰਮੂਲਾ ਕੀ ਹੈ, CH4। ਸੋ C ਕੀ ਹੈ, ਕਾਰਬਨ ਹੈ, H ਕੀ ਹੈ, ਹਾਈਡਰੋਜਨ ਹੈ। ਇਹਦੇ ਵਿੱਚ ਇੱਕ ਕਾਰਬਨ ਦਾ ਐਟਮ ਹੈ, 4 ਹਾਈਡਰੋਜਨ ਦੇ ਐਟਮਸ ਹੈ। ਸੋ ਮੈਨੂੰ ਪਤਾ ਕਾਰਬਨ ਦਾ weight ਕਿੰਨਾ ਹੁੰਦਾ, 12.011 ਜੂਲ। ਆਪਾਂ ਹੁਣੇ ਕੱਢ ਕੇ ਇੱਥੇ ਐਵਰੇਜ ਅਟੋਮਿਕ ਮਾਸ ਇਹਦਾ, ਠੀਕ ਹੈ। ਸੋ ਕਾਰਬਨ ਦਾ 12 ਹੋ ਗਿਆ, ਪਲੱਸ ਹਾਈਡਰੋਜਨ ਦਾ ਕਿੰਨਾ ਹੁੰਦਾ ਹੈ, 1.008 ਜੂਲ, ਪਿੱਛੇ ਦੇਖਿਆ ਸੀ ਆਪਾਂ। ਔਰ ਕਿੰਨੇ ਐਟਮਸ ਹੈ, 4 ਹੈ। ਸੋ ਮੈਂ 4 ਨਾਲ ਮਲਟੀਪਲਾਈ ਕਰਤਾ, ਸੋ ਟੋਟਲ ਮਾਸ ਕਿੰਨਾ ਆ ਗਿਆ, 16.043 U, ਠੀਕ ਹੈ ਜੀ। ਇੱਦਾਂ ਹੀ ਆਪਾਂ ਡਿਫਰੈਂਟ ਇਹਨਾਂ ਨੇ ਵਾਟਰ ਦਾ ਮਾਸ ਕੱਢਿਆ ਹੈ, ਠੀਕ ਹੈ। ਸੋ ਡਿਫਰੈਂਟ ਮੋਲੀਕੂਲਸ ਦਾ ਆਪਾਂ ਮਾਸ ਕਰ ਸਕਦੇ। ਇਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਹੈ, ਕੁਐਸਚਨ ਕੀ ਹੈ, ਕੈਲਕੂਲੇਟ ਦਾ ਮੋਲੀਕੂਲਰ ਮਾਸ ਆਫ ਗਲੂਕੋਜ਼ ਮੋਲੀਕੂਲ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਕਿਸੇ ਵੀ ਮੋਲੀਕੂਲ ਦਾ ਮਾਸ ਕੱਢਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਉਹਦਾ ਫਾਰਮੂਲਾ ਕਲੀਅਰ ਹੋਣਾ ਚਾਹੀਦਾ। ਸੋ ਗਲੂਕੋਜ਼ ਦਾ ਫਾਰਮੂਲਾ ਹੈ C6H12O6। ਸੋ ਮੈਨੂੰ ਪਤਾ ਲੱਗ ਗਿਆ ਕਾਰਬਨ ਦੇ ਕਿੰਨੇ ਆ, 6 ਐਟਮਸ ਹੈ, ਹਾਈਡਰੋਜਨ ਦੇ 12 ਹੈ, ਆਕਸੀਜਨ ਦੇ 6 ਹੈ। ਕਾਰਬਨ ਦਾ weight ਕਿੰਨਾ ਹੁੰਦਾ, 12 ਹੁੰਦਾ ਹੈ, ਹਾਈਡਰੋਜਨ ਦਾ weight ਕਿੰਨਾ ਹੁੰਦਾ, 1 ਹੁੰਦਾ ਹੈ, ਔਰ ਆਕਸੀਜਨ ਦਾ 16 ਹੁੰਦਾ ਹੈ। ਤਿੰਨਾਂ ਨੂੰ ਐਡ ਕੀਤਾ 180 ਸਾਡਾ ਮਿਲਾ ਗਿਆ, ਠੀਕ ਹੈ। ਨੈਕਸਟ ਚੀਜ਼ ਹੈ ਫਾਰਮੂਲਾ ਮਾਸ, ਠੀਕ ਹੈ। ਥੋੜਾ ਜਿਹਾ ਸੇਮ ਹੀ ਹੈ, ਥੋੜਾ ਜਿਹਾ ਫਰਕ ਹੈ ਦੋਨਾਂ ਵਿੱਚ, ਮੋਲੀਕੂਲਰ ਮਾਸ ਤੇ ਫਾਰਮੂਲਾ ਮਾਸ ਕੀ ਹੈ। ਦੇਖੋ ਮੋਲੀਕੂਲਰ ਮਾਸ ਵਿੱਚ ਕੀ ਸੀਗਾ, ਮੈਨੂੰ ਪਤਾ ਮੋਲੀਕੂਲ ਕਿੱਥੋਂ ਬਣਿਆ ਹੈ, ਐਟਮਸ ਤੋਂ ਬਣਿਆ। ਕੁਝ ਮੋਲੀਕੂਲਸ ਇੱਦਾਂ ਦੇ ਹੁੰਦੇ ਆ ਜਿਹੜੇ ਆਇਨਸ ਤੋਂ ਮਿਲ ਕੇ ਬਣੇ ਹੁੰਦੇ ਆ। ਆਇਨ ਸੋਚਣ ਦੀ ਲੋੜ ਨਹੀਂ, ਆਇਨ ਵੀ ਐਟਮ ਹੀ ਹੁੰਦੇ ਆ, ਪਰ ਉਹਨਾਂ 'ਤੇ ਸਪੈਸ਼ਲੀ ਚਾਰਜ ਹੁੰਦਾ, ਠੀਕ ਹੈ। ਸੋ ਫਾਰਮੂਲਾ ਮਾਸ ਆਪਾਂ ਉਹਨਾਂ ਚੀਜ਼ਾਂ 'ਚ ਕਰਦੇ ਹਾਂ, ਜਿੱਦਾਂ ਫੋਰ ਐਗਜ਼ਾਮਪਲ ਗੱਲ ਕਰਦੇ ਪਏ ਹਾਂ ਸੋਡੀਅਮ ਕਲੋਰਾਈਡ NaCl, ਉਹਨਾਂ ਦੇ ਮੋਲੀਕੂਲਸ ਦੀ ਗੱਲ ਕਰਦੇ ਪਏ ਆ ਵੀ ਜਿਹੜਾ ਸੋਡੀਅਮ ਕਲੋਰਾਈਡ ਹੈ ਉਹ ਕਿੱਥੋਂ ਬਣਿਆ, Na ਪਲੱਸ ਤੇ ਮਾਈਨਸ ਦਾ ਸਾਈਨ ਹੈ ਨਾ, ਇਹ ਪਲੱਸ ਮਾਈਨਸ ਕੀ ਇਹਨਾਂ 'ਤੇ ਚਾਰਜ ਹੈ, ਇਹਨਾਂ ਨੂੰ ਆਪਾਂ ਆਇਨ ਕਹਿੰਦੇ, ਇਹਨੂੰ ਸੋਡੀਅਮ ਆਇਨ ਕਹਿੰਦੇ ਆ, ਇਹਨੂੰ ਕਲੋਰਾਈਡ ਆਇਨ ਕਹਿੰਦੇ, ਠੀਕ ਹੈ। ਸੋ NaCl ਜਿਹੜਾ ਇਹਨਾਂ ਦੋਨਾਂ ਆਇਨਸ ਦਾ ਮਿਲ ਕੇ ਬਣਿਆ ਹੋਇਆ ਹੈ, ਠੀਕ ਹੈ। ਚਲੋ ਐਟਮ ਦਾ weight ਤਾਂ ਮੈਨੂੰ ਪਤਾ ਹੁੰਦਾ ਹੈ, ਹੁਣ ਸੋਡੀਅਮ ਆਇਨ ਤੇ ਕਲੋਰਾਈਡ ਆਇਨ ਦਾ ਕਿੱਦਾਂ ਕੱਢੋਗੇ, ਠੀਕ ਹੈ। ਸੋ ਉਹਦੇ ਵਾਸਤੇ ਵੀ ਸਿੰਪਲ ਸੇਮ ਹੀ ਚੀਜ਼ ਹੁੰਦੀ ਹੈ, ਬਸ ਯਾਦ ਰੱਖਣਾ ਫਾਰਮੂਲਾ ਮਾਸ ਆਪਾਂ ਉਹਨਾਂ ਦਾ ਕੱਢੀ ਦਾ ਜਿਹੜੇ ਆਇਨਸ ਤੋਂ ਮਿਲ ਕੇ ਬਣੇ ਹੁੰਦੇ ਆ। ਚੀਜ਼ ਸੇਮ ਉਹੀ ਹੈ, ਫਾਰਮੂਲਾ ਮਾਸ ਆਫ ਸੋਡੀਅਮ ਕਲੋਰਾਈਡ ਕੀ ਹੋਏਗਾ, ਐਟੋਮਿਕ ਮਾਸ ਆਫ ਸੋਡੀਅਮ ਪਲੱਸ ਐਟੋਮਿਕ ਮਾਸ ਆਫ ਕਲੋਰੀਨ। ਸੋਡੀਅਮ ਦਾ ਨੰਬਰ ਹੁੰਦਾ 11, ਠੀਕ ਹੈ, ਔਰ ਕਲੋਰੀਨ ਦਾ 17 ਹੁੰਦਾ, ਔਰ ਇਹਦਾ ਮਾਸ ਕਿੰਨਾ ਹੁੰਦਾ 23, ਔਰ ਕਲੋਰੀਨ ਦਾ ਕਿੰਨਾ ਹੁੰਦਾ 35.5। ਸੋ ਸੋਡੀਅਮ ਕਲੋਰਾਈਡ ਦਾ ਫਾਰਮੂਲਾ ਮਾਸ ਕਿੰਨਾ ਬਣ ਗਿਆ 48.5। ਕੁਛ ਨਹੀਂ ਹੈਗਾ, ਸੇਮ ਮੋਲੀਕੂਲਰ ਫਾਰਮੂਲਾ ਵਾਲੀ ਚੀਜ਼ ਹੈ, ਫਰਕ ਕੀ ਹੈ ਮੋਲੀਕੂਲ 'ਚ ਆਪਾਂ ਐਟਮ ਯੂਜ਼ ਕਰਦੇ ਹਾਂ, ਫਾਰਮੂਲਾ ਮਾਸ 'ਚ ਆਪਾਂ ਆਇਨਸ ਯੂਜ਼ ਕੀਤੇ, ਇਹੀ ਫਰਕ ਹੈ।
ਨੈਕਸਟ ਚੀਜ਼ ਹੈ ਮੋਲ ਕਨਸੈਪਟ। ਕੀ ਹੁੰਦਾ ਹੈ, ਮੈਂ ਦੇਖਿਆ ਜਨਰਲੀ ਬੱਚਿਆਂ ਨੂੰ ਇਹ ਚੀਜ਼ ਬਹੁਤ ਪ੍ਰੋਬਲਮ ਆਉਂਦੀ, ਮੋਲ ਕਨਸੈਪਟ ਬਹੁਤ ਔਖਾ ਲੱਗਦਾ ਹੈ, ਬਟ ਮੋਲ ਕਨਸੈਪਟ ਮੈਨੂੰ ਲੱਗਦਾ ਬਹੁਤ ਸੌਖਾ ਹੈ, ਕਿਉਂਕਿ ਮੈਂ ਖੁਦ ਇਸ ਚੀਜ਼ 'ਚ ਮੋਲ ਕਨਸੈਪਟ ਮੈਨੂੰ ਖੁਦ ਨੂੰ ਬਹੁਤ ਪਸੰਦ ਹੈ। ਜਨਰਲੀ ਲੋਕਾਂ ਨੂੰ ਬਹੁਤ ਬੋਰਿੰਗ ਲੱਗਦਾ ਹੁੰਦਾ, ਬਹੁਤ ਔਖਾ ਲੱਗਦਾ ਹੁੰਦਾ। ਸੋ ਹਜੇ ਜਸਟ ਮੋਲ ਕਨਸੈਪਟ ਦੀ ਡੈਫੀਨੇਸ਼ਨ ਦੱਸਣ ਲੱਗੀ ਹਾਂ। ਮੈਂ ਟਰਾਈ ਕਰੂੰਗੀ ਕਿਸੇ ਦਿਨ ਇਹਦੇ ਨੂਮੈਰੀਕਲਸ ਤੁਹਾਨੂੰ ਕਰਵਾਉਂਗੀ, ਠੀਕ ਹੈ। ਕੁਛ ਨਹੀਂ ਹੈਗਾ, ਜਸਟ ਮੇਨ ਚੀਜ਼ ਇੱਕ ਲਾਈਨ ਤੁਹਾਨੂੰ ਮੈਂ ਯਾਦ ਕਰਾਉਣੀ ਆ, ਉਹ ਇੱਕ ਲਾਈਨ ਤੁਹਾਨੂੰ ਯਾਦ ਹੋ ਗਈ ਨਾ, ਤੁਹਾਨੂੰ ਕੁਐਸਚਨ ਸੋਲਵ ਕਰਨੇ ਇੰਨੇ ਸੌਖੇ ਹੋ ਜਾਂਦੇ ਜਿਹਦਾ ਕੋਈ ਹਿਸਾਬ ਹੀ ਨਹੀਂ, ਠੀਕ ਹੈ। ਹੁਣ ਪਹਿਲੀ ਗੱਲ ਤਾਂ ਮੋਲ ਕੀ ਹੈ, ਨਿਆਣੇ ਮੋਲ ਦੇ ਨਾਮ ਤੋਂ ਡਰ ਜਾਂਦੇ, ਮੋਲ ਪਤਾ ਨਹੀਂ ਕੀ ਚੀਜ਼ ਆ ਗਈ। ਦੇਖੋ ਆਪਾਂ ਬਾਜ਼ਾਰ ਜਾਂਦੇ ਹਾਂ, ਠੀਕ ਹੈ, ਆਪਾਂ ਕਿੱਲੇ ਲੈ ਕੇ ਆਉਂਦੇ ਹਾਂ, ਆਪਾਂ ਕੀ ਕਹੀਦੇ ਕਿੱਲੇ, ਇਹ ਥੋੜ੍ਹਾ ਨਾ ਕਹਿੰਦੇ 12 ਕਿੱਲੇ ਦੇ ਦਿਓ, 10 ਕਿੱਲੇ ਦੇ ਦਿਓ, ਆਪਾਂ ਕੀ ਕਹੀਦਾ ਦਰਜਨ ਕਿੱਲੇ ਦੇ ਦਿਓ, 2 ਦਰਜਨ ਦੇ ਦਿਓ, 3 ਦਰਜਨ, ਜਿੰਨੀ ਸਾਡੀ ਲੋੜ ਆ। ਸੋ ਦਰਜਨ ਵਰਡ ਕੀ ਹੈ, ਜਦੋਂ ਵੀ ਮੈਂ ਦਰਜਨ ਵਰਡ ਸੁਣੂੰਗੀ, ਇੰਗਲਿਸ਼ 'ਚ ਡਜ਼ਨ ਕਹਿੰਦੇ ਆ, ਦਰਜਨ ਵਰਡ ਸੁਣੂੰਗੀ ਮੇਰੇ ਮਨ 'ਚ ਕੀ ਆਊਗਾ, 12 ਕਿੱਲੇ ਮਿਲਣੇ ਸਾਨੂੰ, ਠੀਕ ਹੈ। ਇੱਦਾਂ ਹੁਣ ਐਟਮਸ ਤਾਂ ਕਿੰਨੇ ਸਾਰੇ ਆ, ਹੁਣ ਐਟਮਸ ਨੂੰ ਮੈਂ 12 ਐਟਮ ਤਾਂ ਲੈ ਕੇ ਬੈਠੂੰਗੀ, ਮੈਂ ਕਹੂੰਗੀ ਤੁਹਾਨੂੰ ਮੈਨੂੰ ਦਰਜਨ ਐਟਮ ਦੇ ਦਿਓ। ਸੋ ਉੱਥੇ ਮੈਂ ਵਰਡ ਕੀ ਯੂਜ਼ ਕਰਦੀ ਹਾਂ, ਮੋਲ। ਦਰਜਨ ਦੇ ਵਿੱਚ ਕੀ ਹੁੰਦਾ, 12 ਹੁੰਦੇ, ਇਹਦੀ ਮੋਲ ਦੇ ਵਿੱਚ ਕਿੰਨੇ ਐਟਮਸ ਹੁੰਦੇ, ਉਹ ਆਪਾਂ ਅੱਗੇ ਪੜ੍ਹਨੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਮੋਲ ਦਾ ਆਪਾਂ ਨੂੰ ਡਰ ਹਟਾਉਣਾ ਪੈਣਾ, ਮੋਲ ਕੋਈ ਵੱਡੀ ਚੀਜ਼ ਨਹੀਂ ਹੈਗੀ। ਜਿੱਦਾਂ ਆਪਾਂ ਜਨਰਲ ਲੈਂਗੁਏਜ 'ਚ ਡਜ਼ਨ ਵਰਡ ਯੂਜ਼ ਕਰਦੇ ਹਾਂ, ਇੱਦਾਂ ਆਪਾਂ ਇੱਥੇ ਕਿਲੋ ਵਰਡ ਯੂਜ਼ ਕਰਦੇ, ਕਿਲੋ ਦਾ ਮਤਲਬ ਕੀ ਹੁੰਦਾ, 1000 ਹੁੰਦਾ ਹੈ ਨਾ। ਸੋ ਮੋਲ ਵਰਡ ਦੇ ਵਿੱਚ ਵੀ ਕੀ ਆ, ਐਟਮਸ ਹੁੰਦੇ, ਕਿੰਨੇ ਐਟਮਸ ਹੁੰਦੇ ਆਪਾਂ ਅੱਗੇ ਪੜ੍ਹਾਂਗੇ, ਠੀਕ ਹੈ। So one mole is the amount of substance that contains as many as particle or entities as there are atoms in exactly 12 gram of carbon 12 isotope। Definition याद कर लियो, याद कर लेनी चाहिए, पेपर 'ਚ ਕਈ ਵਾਰ ਆ ਜਾਂਦੀ ਹੁੰਦੀ ਆ। ਸੋ 1 ਮੋਲ ਦੇ ਵਿੱਚ ਕੀ ਆ, ਕਿੰਨਾ ਅਮਾਊਂਟ ਹੈ, ਦਰਜਨ ਮੈਨੂੰ ਪਤਾ ਲੱਗ ਗਿਆ 12 ਕਿੱਲੇ। ਸੋ ਮੈਨੂੰ ਪਤਾ ਤਾਂ ਹੋਵੇ ਨਾ ਕਿੰਨਾ ਕੁ ਵੇਟ ਹੋਏਗਾ ਉਹਨਾਂ ਦਾ, ਦਰਜਨ ਦਾ ਕਿੰਨਾ ਵੇਟ ਹੋਏਗਾ, ਮੈਂ 1 ਕਿੱਲੇ ਦਾ ਮੈਨੂੰ ਪਤਾ ਹੋਊਗਾ, 12 ਕਿੱਲਿਆਂ ਦਾ ਕੱਢ ਲੂੰਗੀ। ਇੱਦਾਂ ਉਹਨੇ 1 ਮੋਲ ਦੀ ਐਗਜ਼ਾਮਪਲ ਦਿੱਤੀ ਹੈ, ਕਿੰਨਾ ਭਾਰ ਹੋਏਗਾ 1 ਮੋਲ 'ਚ, ਕਿੰਨੇ ਐਟਮਸ ਹੋਣਗੇ, ਕਿੰਨਾ ਸਬਸਟਾਂਸ ਹੋਏਗਾ, ਜਿੰਨੇ ਐਟਮਸ ਹੋਣਗੇ 12 ਗ੍ਰਾਮ ਕਾਰਬਨ ਆਈਸੋਟੋਪ, ਕਾਰਬਨ ਦਾ ਆਈਸੋਟੋਪ, ਕਾਰਬਨ ਦੇ ਆਈਸੋਟੋਪ ਦੇ 12 ਗ੍ਰਾਮ, ਕਾਰਬਨ 12 ਦੇ ਆਈਸੋਟੋਪ ਦਾ 12 ਗ੍ਰਾਮ ਮੈਂ ਵੇਟ ਲੈਣਾ, ਉਹ 'ਚ ਜਿੰਨੇ ਵੀ ਐਟਮਸ ਹੋਣਗੇ ਸਾਰਾ ਕੁਝ, ਉਹ ਕਿੰਨਾ ਮੈਂ ਕਹੂੰਗੀ 1 ਮੋਲ। ਜ਼ਿਆਦਾ ਸੋਚਣ ਦੀ ਲੋੜ ਨਹੀਂ, ਜਸਟ ਇਹ ਚੀਜ਼ ਯਾਦ ਰੱਖਣੀ ਹੈ ਵੀ ਕੋਈ ਵੀ ਮੋਲ, ਜਿੱਦਾਂ ਦਰਜਨ ਦੇ ਵਿੱਚ 12 ਕਿੱਲੇ ਹੁੰਦੇ ਆ, ਸੋ 1 ਮੋਲ ਦੇ ਵਿੱਚ ਕਿੰਨੇ ਐਟਮਸ ਹੁੰਦੇ ਆ, 6.022 × 10⁻³ ਐਟਮਸ। ਇੰਨੇ ਐਟਮਸ ਮਿਲ ਕੇ ਕੀ ਇੱਕ ਮੋਲ ਬਣਾਉਂਦੇ, 1 ਮੋਲ ਬਣਾਉਂਦੇ, ਠੀਕ ਹੈ। ਸੋ ਜਿਹੜਾ ਇਹ ਨੰਬਰ ਹੈ 6.022 × 10⁻23, ਇਹਨੂੰ ਆਪਾਂ ਨਾਮ ਦਿੰਦੇ ਹਾਂ ਐਵੋਗੈਡਰੋਸ ਕਾਂਸਟੈਂਟ। ਸੋ ਕਿਸੇ ਵੀ ਚੀਜ਼ ਦਾ, ਕੋਈ ਵੀ ਚੀਜ਼ ਹੈ, ਵਾਟਰ ਲੈ ਲਿਆ, ਹਾਈਡਰੋਜਨ ਲੈ ਲਿਆ, ਆਕਸੀਜਨ ਲੈ ਲਿਆ, ਹੁਣ ਮੈਂ ਕੇਲੇ ਜ਼ਰੂਰ ਥੋੜ੍ਹਾ ਨਾ ਦਰਜਨ 'ਚ ਕੇਲੇ ਹੀ ਲਿਆਉਂਦੀ ਹਾਂ, ਹੋਰ ਵੀ ਬਹੁਤ ਚੀਜ਼ਾਂ ਦਰਜਨ 'ਚ ਲਿਆਉਂਦੀ ਹਾਂ, ਠੀਕ ਹੈ। ਸੋ ਦਰਜਨ ਦਾ ਮਤਲਬ ਤਾਂ 12 ਹੀ ਹੈ ਨਾ, ਕੋਈ ਵੀ ਚੀਜ਼ ਹੋ ਸਕਦੀ ਹੈ। ਇੱਦਾਂ ਹੀ 1 ਮੋਲ ਕਿਸੇ ਵੀ ਚੀਜ਼ ਦਾ ਹੋ ਸਕਦਾ, ਹਾਈਡਰੋਜਨ ਦਾ ਹੋ ਸਕਦਾ, ਵਾਟਰ ਦਾ ਹੋ ਸਕਦਾ। ਮਤਲਬ ਕੀ ਹੈ, ਜਿੱਥੇ ਮੋਲ ਵਰਡ ਆ ਗਿਆ ਨਾ, ਆਪਾਂ ਸੋਚ ਲੈਣਾ ਵੀ ਕਿੰਨੇ ਐਟਮਸ ਆ, 6.02 × 10⁻23। ਹੁਣ ਅੱਗੇ ਤੋਂ ਜਦੋਂ ਵੀ ਤੁਸੀਂ ਬਾਜ਼ਾਰ ਜਾਓਗੇ ਨਾ, ਜਦੋਂ ਤੁਸੀਂ ਕੇਲੇ ਲੈਣ ਲੱਗੋਗੇ, ਤੁਸੀਂ ਮੰਮਾ ਨੂੰ ਕਹਿੰਦੇ ਹੋਏ ਸੁਣੋਗੇ, ਮੰਮਾ ਕਹੋਗੇ ਉਹਨੂੰ, ਭਾਈ ਵਾਲੇ ਦੁਕਾਨ ਵਾਲੇ ਨੂੰ ਕਹੋਗੇ 1 ਦਰਜਨ ਦੇ ਦਿਓ, 2 ਦਰਜਨ ਦੇ ਦਿਓ, ਤਾਂ ਹੀ ਉਹਦੇ ਤੁਹਾਡੇ ਦਿਮਾਗ 'ਚ ਆ ਜਾਣਾ ਚਾਹੀਦਾ ਵੀ ਮੋਲ ਦਾ ਮਤਲਬ ਕੀ ਹੁੰਦਾ, 6.022 × 10⁻23 ਐਟਮਸ, ਠੀਕ ਹੈ ਜੀ। ਸੋ ਬਾਕੀ ਤੁਹਾਨੂੰ ਇੰਨੀ ਟਰਮੀਨੋਲੋਜੀ ਇਹਦੀ ਸਮਝਣ ਦੀ ਲੋੜ ਨਹੀਂ ਹੈਗੀ, ਮੈਂ 1 ਮੋਲ ਦੀ ਅਲੱਗ ਇੱਕ ਵੀਡੀਓ ਬਣਾਉਂਗੀ, ਠੀਕ ਹੈ, ਖੁਦ ਪ੍ਰੈਕਟਿਸ ਕਰਕੇ। ਸੋ ਮੈਂ ਤੁਹਾਨੂੰ ਉਹਦੇ ਵਿੱਚ ਉਹਦੇ ਨੂਮੈਰੀਕਲਸ ਵੀ ਸੋਲਵ ਕਰਾਉਂਗੀ, ਬਹੁਤ ਸੌਖੇ ਨੂਮੈਰੀਕਲਸ ਇਹਦੇ, ਠੀਕ ਹੈ। ਅਤੇ ਨਾਲੇ ਆਪਾਂ ਅੱਗੇ ਨੂੰ ਪੂਰਾ ਐਕਸਪਲੇਨ ਕਰਾਂਗੇ। ਤੁਸੀਂ ਹੁਣ ਡੈਫੀਨੇਸ਼ਨ ਪੜ੍ਹਨੀ ਕੀ ਹੁੰਦੀ ਹੈ, ਔਰ ਇਹਦਾ ਨੰਬਰ ਪੜ੍ਹਨਾ ਕੀ ਹੁੰਦਾ। ਜੇ ਤੁਹਾਨੂੰ ਕੁਛ ਪ੍ਰੋਬਲਮ ਆ ਰਹੀ ਹੈ, ਡੈਫੀਨੇਸ਼ਨ 'ਚ ਪ੍ਰੋਬਲਮ ਆ ਰਹੀ ਹੈ ਜਾਂ ਨੰਬਰ 'ਚ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੱਸ ਦਿਓ, ਮੈਂ ਟਰਾਈ ਕਰੂੰਗੀ ਜਲਦੀ ਤੋਂ ਜਲਦੀ ਉਹਦੀ ਵੀਡੀਓ ਬਣਾਉਣਾ, ਠੀਕ ਹੈ ਜੀ। ਨੈਕਸਟ ਇਜ਼ ਆ ਪਰਸੈਂਟੇਜ ਕੰਪੋਜੀਸ਼ਨ। ਪਰਸੈਂਟੇਜ ਕੰਪੋਜੀਸ਼ਨ 'ਚ ਪਰਸੈਂਟੇਜ ਕੰਪੋਜੀਸ਼ਨ ਮਤਲਬ ਕਿਸੇ ਵੀ ਚੀਜ਼ ਦਾ ਮੈਂ ਪਰਸੈਂਟ ਕਰਨਾ, ਕੋਈ ਚੀਜ਼ ਕਿੰਨੀ ਹੈ ਕਿਸੇ ਵੀ ਚੀਜ਼ ਦੇ ਵਿੱਚ, ਉਹਨੂੰ ਪਰਸੈਂਟੇਜ ਕੰਪੋਜੀਸ਼ਨ ਕਹਿੰਦੇ ਆ। ਕੰਪੋਜੀਸ਼ਨ ਕੀ ਆ, ਕੋਈ ਚੀਜ਼ ਕਿਸ ਤੋਂ ਬਣੀ ਆ, ਪਰਸੈਂਟੇਜ ਕੱਢਣੀ ਮਤਲਬ 100 'ਚੋਂ ਕੱਢਣੀ ਕੋਈ ਚੀਜ਼ ਕਿੰਨੀ, ਠੀਕ ਹੈ। ਸੋ ਜੇ ਮੈਂ ਕਹਾਂ ਇਹਦੇ 'ਚ ਟੋਪਿਕ ਹੈ ਤੁਹਾਡਾ ਮਾਸ ਪਰਸੈਂਟ ਆਫ ਐਨ ਐਲੀਮੈਂਟ, ਇੱਕ ਫਾਰਮੂਲਾ ਹੈ ਮਾਸ ਪਰਸੈਂਟੇਜ ਆਫ ਐਨ ਐਲੀਮੈਂਟ, ਕੀ ਹੋਏਗਾ ਮਾਸ ਆਫ ਦੈਟ ਐਲੀਮੈਂਟ ਇਨ ਕੰਪਾਊਂਡ ਓਵਰ ਮੋਲਰ ਮਾਸ ਇੰਟੂ 100। ਮੋਲਰ ਮਾਸ ਆਪਾਂ ਜਨਰਲੀ ਮੋਲੀਕੂਲਰ ਮਾਸ ਕਹਿ ਸਕਦੇ ਹਾਂ, ਠੀਕ ਹੈ। ਸੋ ਕਿਸੇ ਵੀ ਐਲੀਮੈਂਟ ਦੇ ਵਿੱਚ ਮੈਂ ਜੇ ਕੰਪਾਊਂਡ, ਹੁਣ ਫੋਰ ਐਗਜ਼ਾਮਪਲ ਮੈਂ ਤੁਹਾਡੀ ਉਹੀ ਗੱਲ ਕਰਨਾ, ਸਕੂਲ ਦੀ ਪਰਸੈਂਟੇਜ ਕੱਢ ਲੈਂਦੇ ਆਪਾਂ, ਮਾਰਕਸ ਦੀ ਪਰਸੈਂਟੇਜ ਕੱਢ ਲੈਂਦੇ। ਮੰਨ ਲਓ ਕੈਮਿਸਟਰੀ ਦੀ ਗੱਲ ਕਰ ਲਾਂ, 100 ਮਾਰਕਸ ਦਾ ਪੇਪਰ ਸੀ ਔਰ ਮੇਰੇ ਆਏ ਆ ਚਲੋ ਮੈਨੂੰ 50 ਮਾਰਕਸ ਦਾ ਪੇਪਰ ਸੀ ਔਰ ਮੇਰੇ ਆਏ ਆ 45, ਠੀਕ ਹੈ। ਸੋ ਮੈਂ ਪਰਸੈਂਟੇਜ ਕਿੱਦਾਂ ਕੱਢਦੀ ਹੁੰਦੀ ਹਾਂ, ਜਿੰਨੇ ਮੇਰੇ ਆਏ ਆ ਓਵਰ ਟੋਟਲ ਇੰਟੂ 100। ਇਹਦੇ 'ਚ ਵੀ ਆਪਾਂ ਇੱਦਾਂ ਹੀ ਕਰਨਾ। ਹੁਣ ਕੀ ਹੈ, ਚਲੋ ਆਪਾਂ ਐਗਜ਼ਾਮਪਲ ਲੈਂਦੇ ਇੱਕ ਵਾਟਰ ਦੀ, ਠੀਕ ਹੈ। ਹੁਣ ਵਾਟਰ ਦੇ ਵਿੱਚ ਕੀ ਸੀਗਾ, H2O ਸੀਗਾ, ਠੀਕ ਹੈ। ਹੁਣ ਇੱਥੇ ਆਪਾਂ ਕੀ ਕਹਿੰਦੇ ਹਾਂ, ਆਪਾਂ ਹਾਈਡਰੋਜਨ ਅਤੇ ਆਕਸੀਜਨ ਦੀ ਲੜਾਈ ਹੋ ਗਈ, ਹਾਈਡਰੋਜਨ ਕਹਿੰਦਾ ਮੈਂ ਜ਼ਿਆਦਾ, ਆਕਸੀਜਨ ਕਹਿੰਦਾ ਮੈਂ ਜ਼ਿਆਦਾ,
ठीक है। सो ਆਪਾਂ ਨੂੰ ਲੜਾਈ ਨੂੰ ਸੌਟ ਆਊਟ ਕਰਨਾ ਪਏਗਾ। ਉਹ ਲੜਾਈ ਨੂੰ ਸੌਟ ਆਊਟ ਕਰਨ ਲਈ ਕੀ ਕੀਤਾ, ਆਪਾਂ ਦੋਨਾਂ ਦੀ ਪਰਸੈਂਟੇਜ ਕੱਢ ਲਈ। ਕਿੱਦਾਂ ਕੱਢੀ, ਆਪਾਂ ਕਿਹਾ ਹਾਈਡਰੋਜਨ ਤੂੰ ਵੀ ਬੈਠ ਜਾ, ਆਕਸੀਜਨ ਤੂੰ ਵੀ ਬੈਠ ਜਾ, ਆਪਾਂ ਦੋਨਾਂ ਦਾ ਪਰਸੈਂਟੇਜ ਕੱਢ ਲੈਂਦੇ ਵੀ ਕੌਣ ਕਿੰਨਾ ਜ਼ਿਆਦਾ ਹੈ। ਸੋ ਆਪਾਂ ਕੀ ਕੀਤਾ, ਕੁਝ ਨਹੀਂ ਕੀਤਾ, ਆਪਾਂ ਦੇਖਿਆ ਹਾਈਡਰੋਜਨ ਕਿੰਨਾ ਹੈ। ਹੁਣ H2 ਦੇਖਣ ਨੂੰ ਲੱਗਦਾ ਹਾਈਡਰੋਜਨ ਜ਼ਿਆਦਾ ਹੋਏਗਾ, ਬਟ ਆਪਾਂ ਹੁਣੀ ਪਰਸੈਂਟੇਜ ਕੱਢ ਕੇ ਦੇਖ ਲੈਂਦੇ ਹਾਈਡਰੋਜਨ ਕਿੰਨਾ ਹੈ। ਸੋ ਮੈਨੂੰ ਪਤਾ ਹਾਈਡਰੋਜਨ ਦੇ ਇੱਕ ਐਟਮ ਦਾ ਮਾਸ ਕਿੰਨਾ ਹੁੰਦਾ, 1.008, ਆਪਾਂ 1 ਲੈ ਲੈਂਦੇ ਹਾਂ, ਇੰਟੂ ਕਿੰਨੇ ਐਟਮਸ ਆ, 2 ਹੈ, ਓਵਰ ਟੋਟਲ ਕਿੰਨਾ ਹੁੰਦਾ ਵਾਟਰ ਦਾ ਮੋਲੀਕੂਲਰ ਮਾਸ ਆਪਾਂ ਪੜਿਆ 18, ਉਹਦਾ ਮੈਂ ਪਰਸੈਂਟੇਜ ਕਰ ਲਈ। ਸੋ 2/18 ਇੰਟੂ 100 ਆ ਗਿਆ 11.1 ਹੈ, ਠੀਕ ਹੈ। ਫਿਰ ਆਪਾਂ ਆਕਸੀਜਨ ਦੀ ਕਰ ਲਈ, ਆਕਸੀਜਨ ਦਾ ਕਿੰਨਾ ਮਾਸ ਹੈ 16, ਇੱਕ ਐਟਮਸ ਹੈ, ਠੀਕ ਹੈ, ਓਵਰ ਟੋਟਲ 100 ਇੰਟੂ 18 88.79। ਸੋ ਆਪਾਂ ਪਰਸੈਂਟੇਜ ਕਰਤੀ, ਦੇਖਣ ਨੂੰ ਲੱਗਦਾ ਸੀ H2O ਮਤਲਬ ਹਾਈਡਰੋਜਨ ਜ਼ਿਆਦਾ ਹੈ, ਬਟ ਐਕਚੁਅਲੀ ਕੌਣ ਜ਼ਿਆਦਾ ਹੈ, ਆਕਸੀਜਨ। ਸੋ ਦੋਨਾਂ ਦੀ ਲੜਾਈ ਸੌਟ ਆਊਟ ਹੋ ਗਈ, ਆਪਾਂ ਕਿਹਾ ਹਾਈਡਰੋਜਨ ਤੋਂ ਟਿਕ ਕੇ ਬਹਿ ਜਾ, ਆਕਸੀਜਨ ਜ਼ਿਆਦਾ, ਠੀਕ ਹੈ। ਸੋ ਪਰਸੈਂਟੇਜ ਕੱਢਣ ਆਪਾਂ ਕੀ ਕਰ ਸਕਦੇ ਹਾਂ, ਐਲੀਮੈਂਟਸ ਦੇ ਜਿਹੜੇ ਐਟਮਸ ਹੈ ਉਹਨਾਂ ਦੀ ਲੜਾਈ ਨੂੰ ਰੋਕ ਸਕਦੇ ਹਾਂ, ਠੀਕ ਹੈ। ਜਸਟ ਚਿਲਿੰਗ, ਆਪਾਂ ਸਮਝਣਾ ਹੈ ਪੜ੍ਹਾਈ ਨੂੰ ਇੰਟਰਸਟ ਦੇ ਨਾਲ, ਠੀਕ ਹੈ। ਸੋ ਮਾਸ ਪਰਸੈਂਟੇਜ ਕੱਢਣ ਦਾ ਮਤਲਬ ਕੀ ਹੈ, ਮੈਂ ਕਿਹਨੂੰ ਦੱਸਣਾ ਵੀ ਤੂੰ ਕਿੰਨਾ ਹੈ ਕਿਸੇ ਵੀ ਚੀਜ਼ ਦੇ ਵਿੱਚ। ਆਪਾਂ ਜਿੱਦਾਂ ਕਹਾਵਤ ਕਹਿੰਦੇ ਹੁੰਦੇ ਘਰ ਦੇ, ਜਦੋਂ ਨਿਆਣੇ ਪੜ੍ਹਦੇ ਨਹੀਂ ਹੁੰਦੇ, ਸਾਨੂੰ ਪਤਾ ਹੈ ਤੂੰ ਕਿੰਨੇ ਕੁ ਪਾਣੀ 'ਚ ਆ, ਮਤਲਬ ਟੋਟਲ ਪਾਣੀ ਕਿੰਨਾ ਹੈ, ਉਹ ਕਿੰਨੇ ਪਾਣੀ 'ਚ ਹੈ ਇੰਟੂ 100 ਉਹਦੀ ਪਰਸੈਂਟੇਜ ਕਰ ਦੇਣੀ, ਠੀਕ ਹੈ। ਜਸਟ ਚਿਲਿੰਗ, ਘਰਦਿਆਂ ਨੂੰ ਨਾ ਸੁਣਾਉਣ ਲੱਗ ਪਿਓ। ਸੋ ਮਾਸ ਪਰਸੈਂਟ ਆਫ ਐਨ ਐਲੀਮੈਂਟ ਕੀ ਹੈ, ਜਿੰਨਾ ਤੁਹਾਡਾ ਮਾਸ ਕੰਪਾਊਂਡ ਦੇ ਵਿੱਚ ਕਿਸੇ ਵੀ ਐਲੀਮੈਂਟ ਹੈ ਓਵਰ ਕੰਪਾਊਂਡ ਦਾ ਟੋਟਲ weight ਕਿੰਨਾ ਹੈ ਇੰਟੂ 100। ਜੇ ਤੁਹਾਨੂੰ ਹਜੇ ਵੀ ਕਲੀਅਰ ਨਹੀਂ ਹੋਇਆ ਟੌਪਿਕ, ਤੁਸੀਂ ਮੈਨੂੰ ਦੁਬਾਰਾ ਦੱਸ ਦਿਓ, ਮੈਂ ਦੁਬਾਰਾ ਐਕਸਪਲੇਨ ਕਰ ਦਾਂਗੀ, ਠੀਕ ਹੈ। ਓਕੇ, ਨੈਕਸਟ ਜਿਹੜੀ ਚੀਜ਼ ਹੈ ਐਮਪੈਰੀਕਲ ਫਾਰਮੂਲਾ ਫॉर ਅ ਮੋਲੀਕੂਲਰ ਮਾਸ। ਐਮਪੈਰੀਕਲ ਫਾਰਮੂਲਾ ਦੇ ਨਿਊਮੈਰੀਕਲ ਆਉਂਦੇ ਹੁੰਦੇ ਆ, ਕੁਝ ਨਹੀਂ ਕਰਨਾ। ਐਮਪੈਰੀਕਲ ਫਾਰਮੂਲਾ ਮੈਂ ਇਹਦੇ ਵੀ ਨਿਊਮੈਰੀਕਲ ਦਾ ਅਲੱਗ ਹੀ ਬਣਾਉਂਗੀ ਵੀਡੀਓ, ਠੀਕ ਹੈ। ਥੋੜ੍ਹਾ ਜਿਹਾ ਐਕਚੁਅਲੀ ਮੈਂ ਪੜ੍ਹਿਆ ਨਹੀਂ ਹੈਗਾ ਤੁਹਾਨੂੰ ਲੈਕਚਰ ਦੇਣ ਤੋਂ ਪਹਿਲਾਂ, ਸੋ ਥੋੜ੍ਹਾ ਮੈਂ ਹੁਣੇ ਦੇਖ ਰਹੀ ਹਾਂ ਬੁੱਕ ਕੀ ਹੁੰਦਾ। ਸੋ ਐਮਪੈਰੀਕਲ ਫਾਰਮੂਲਾ ਪਹਿਲਾਂ ਤਾਂ ਕੱਢਣਾ ਆਉਣਾ ਚਾਹੀਦਾ, ਉਸ ਤੋਂ ਬਾਅਦ ਉਹਦਾ ਫਾਰਮੂਲਾ ਮਾਸ, ਮੋਲੀਕੂਲਰ ਮਾਸ, ਚਲੋ ਛੱਡੋ। ਨੈਕਸਟ ਚੀਜ਼ ਹੈ ਸਟਾਈਕੋਮੈਟ੍ਰਿਕ ਐਂਡ ਸਟਾਈਕੋਮੈਟ੍ਰਿਕ ਕੈਲਕੂਲੇਸ਼ਨ। ਸਟਾਈਕੋਮੈਟ੍ਰੀ ਕੀ ਹੁੰਦੀ ਤੇ ਸਟਾਈਕੋਮੈਟ੍ਰਿਕ ਕੋਐਫੀਸ਼ੀਐਂਟਸ ਕੀ, ਕੁਝ ਨਹੀਂ ਸੋਚਣਾ ਇਹਦੇ ਵਿੱਚ, ਕੁਝ ਔਖਾ ਨਹੀਂ ਹੈਗਾ ਪੜ੍ਹਨ ਵਾਲਾ। ਸਟਾਈਕੋਮੈਟ੍ਰਿਕ ਕੋਐਫੀਸ਼ੀਐਂਟਸ ਕੀ ਹੈ, ਜਨਰਲੀ ਕੀ ਆ, ਕੋਈ ਵੀ ਐਲੀਮੈਂਟ ਹੈ ਉਹਦੇ ਨਾਲ ਕੀ ਨੰਬਰ ਹੈ ਉਹਨੂੰ ਸਟਾਈਕੋਮੈਟ੍ਰਿਕ ਕੋਐਫੀਸ਼ੀਐਂਟ ਕਹਿੰਦੇ ਆ, ਉਹਦੀ ਅੱਗੇ ਫਰਦਰ ਕਰਨੀ ਹੈ। ਇਹਦੇ ਵੀ ਨਿਊਮੈਰੀਕਲਸ ਹੈਗੇ ਆ, ਠੀਕ ਆ। ਪਹਿਲਾਂ ਮੈਂ ਟਰਾਈ ਕਰਦੀ ਪਈ ਤੁਹਾਡਾ ਜਿਹੜਾ ਥਿਓਰੀ ਪੋਰਸ਼ਨ ਹੈ ਉਹ ਕੰਪਲੀਟ ਕਰਨਾ। ਸੋ ਨੈਕਸਟ ਟੌਪਿਕ ਹੈ ਲਿਮਿਟਿੰਗ ਰੀਏਜੈਂਟ। ਓਕੇ, ਰੀਏਜੈਂਟ ਵਰਡ ਆਪਾਂ 9th ਕਲਾਸ 'ਚ ਪੜ੍ਹਿਆ ਹੋਏਗਾ ਮੇ ਬੀ, ਮੈਂ ਇੱਕ ਹੁਣੇ ਬੱਚੇ ਨੂੰ ਪੜ੍ਹਾ ਰਹੀ ਹਾਂ, ਉਹਨੇ 9th ਕਲਾਸ ਦੇ ਵਿੱਚ ਹੈਗਾ ਕੈਮੀਕਲ ਕੰਪੋਜੀਸ਼ਨ, ਕੈਮੀਕਲ ਰਿਐਕਸ਼ਨ, ਫਸਟ ਚੈਪਟਰ ਹੀ ਹੈ 9th ਕਲਾਸ ਦਾ, 10th ਕਲਾਸ ਦਾ ਸੌਰੀ। ਸੋ ਉਹਦੇ ਵਿੱਚ ਕੈਮੀਕਲ ਰਿਐਕਸ਼ਨ ਫਸਟ ਚੀਜ਼ ਇਹੀ ਹੈ, ਕੈਮੀਕਲ ਰਿਐਕਸ਼ਨ ਕੀ ਹੁੰਦੀ ਹੈ। ਕੈਮੀਕਲ ਰਿਐਕਸ਼ਨ ਕੀ ਹੈ, ਮੈਂ ਕੋਈ ਚੀਜ਼, ਜਿਹੜੀਆਂ ਚੀਜ਼ਾਂ ਨੂੰ ਐਡ ਕੀਤਾ ਉਹਨਾਂ ਨੂੰ ਮੈਂ ਐਰੋ ਪਾ ਕੇ ਜੋ ਚੀਜ਼ ਬਣੀ ਉਹ ਲਿਖਤੀ। ਉਹਨੂੰ ਮੈਂ ਜਨਰਲ ਐਗਜ਼ਾਮਪਲ ਦਿੱਤੀ ਸੀ ਚਾਹ ਦੀ, ਠੀਕ ਆ। ਆਪਾਂ ਚਾਹ ਬਣਾਉਂਦੇ ਹਾਂ ਘਰ 'ਚ, ਚਾਹ 'ਚ ਕੀ ਪਾਈਦਾ, ਪਾਣੀ ਪਾਈਦਾ, ਖੰਡ ਪਾਈਦਾ, ਦੁੱਧ ਪਾਉਂਦੇ ਹਾਂ, ਠੀਕ ਹੈ। ਹਰ ਕਿਸੇ ਦੀ ਆਪਣੀ ਆਪਣੀ ਚੋਇਸ ਹੈ, ਉਹ ਮਿਲ ਕੇ ਕੀ ਬਣ ਜਾਏਗਾ, ਚਾਹ। ਸੋ ਜੇ ਮੈਂ ਇਹਦੀ ਰਿਐਕਸ਼ਨ ਲਿਖਣੀ ਹੋ ਮੈਂ ਕਿੱਦਾਂ ਲਿਖੂੰਗੀ, ਮੈਂ ਲਿਖੂੰਗੀ ਪਾਣੀ ਪਲੱਸ ਖੰਡ ਪਲੱਸ ਸੌਂਫ ਜਵੈਣ ਜੋ ਵੀ ਪਾਉਣਾ ਪਲੱਸ ਇਲਾਇਚੀ ਪਲੱਸ ਚਾਹ ਪੱਤੀ ਪਲੱਸ ਦੁੱਧ, ਤੇ ਐਰੋ ਪਾ ਕੇ ਕੀ ਲਿਖ ਦੂੰਗੀ, ਚਾਹ, ਠੀਕ ਆ। ਹੁਣ ਜਿਹੜਾ ਪਾਣੀ ਵਗੈਰਾ ਸਭ ਕੁਝ ਹੈ ਉਹ ਕੀ ਹੈ, ਰਿਐਕਟੈਂਟ ਹੈ, ਕਿਉਂਕਿ ਉਹ ਰਿਐਕਟ ਕਰਕੇ ਬਣਾ ਰਹੇ ਆ, ਔਰ ਐਰੋ ਸਾਈਡ ਤੋਂ ਬਾਅਦ ਦੂਸਰੀ ਸਾਈਡ ਜੋ ਵੀ ਬਣਿਆ ਉਹ ਕੀ ਹੈ, ਸਾਡਾ ਪ੍ਰੋਡਕਟ ਹੈ ਜੋ ਸਾਨੂੰ ਮਿਲਿਆ, ਠੀਕ ਹੈ ਜੀ। ਹੁਣ ਲਿਮਿਟਿੰਗ ਰੀਏਜੈਂਟ, ਰੀਏਜੈਂਟ ਆਪਾਂ ਰਿਐਕਟੈਂਟ ਨੂੰ ਕਹਿ ਸਕਦੇ ਹਾਂ। ਲਿਮਿਟਿੰਗ ਰੀਏਜੈਂਟ ਕੀ ਹੈ, ਠੀਕ ਹੈ। ਮੰਨ ਲਓ ਮੈਂ ਚਾਹ ਹੀ ਬਣਾਉਣੀ ਸੀ, ਮੈਂ ਚਾਹ ਦੀ ਐਗਜ਼ਾਮਪਲ ਲਵਾਂ, ਠੀਕ ਆ। ਹੁਣ ਮੈਨੂੰ ਪਤਾ ਮੇਰੇ ਕੋਲ ਪਾਣੀ ਵੀ ਬਹੁਤ ਸਾਰਾ ਹੈ, ਮੇਰੇ ਤੋਂ ਪੱਤੀ ਵੀ ਬਹੁਤ ਸਾਰੀ ਹੈ, ਠੀਕ ਆ। ਹੁਣ ਮੈਂ ਚਾਹ ਬਣਾ ਰਹੀ ਸੀ, ਮੈਨੂੰ ਪਤਾ ਮੈਂ ਇੱਕ ਚਾਹ 'ਚ ਮੈਂ ਕਿੰਨਾ ਪਾਣੀ ਪਾਉਣਾ, ਕਿੰਨਾ ਦੁੱਧ ਪਾਉਣਾ, ਕਿੰਨੀ ਪੱਤੀ, ਠੀਕ ਹੈ। ਹੁਣ ਮੰਨ ਲਓ ਸਾਡੇ ਘਰ ਗੈਸਟ ਆ ਗਏ ਜ਼ਿਆਦਾ, ਠੀਕ ਹੈ। ਹੁਣ ਗੈਸਟ ਜ਼ਿਆਦਾ ਆ ਗਏ, ਪਾਣੀ ਵੀ ਬਹੁਤ ਹੈ, ਖੰਡ ਵੀ ਬਹੁਤ ਹੈ, ਪੱਤੀ ਵੀ ਬਹੁਤ ਹੈ। ਮੈਂ ਕੀ ਦੇਖਿਆ ਵੀ ਮੇਰਾ ਦੁੱਧ ਤਾਂ ਘੱਟ, ਦੁੱਧ ਤਾਂ ਮੈਨੂੰ ਘੱਟ ਮਿਲਿਆ, ਦੁੱਧ ਘੱਟ ਹੈ, ਠੀਕ ਹੈ। ਚਾਹ ਮੈਂ ਬਣਾਏਗੀ ਜਿੰਨਾ ਜਿੰਨਾ ਆਏਗੇ ਸਾਰਿਆਂ ਨੂੰ ਬਣਾ ਕੇ ਦੇਈਗੀ। ਲਾਸਟ 'ਤੇ ਕੀ ਦੇਖਿਆ, ਜਦੋਂ ਦੁਬਾਰਾ ਨਵੇਂ ਗੈਸਟ ਆ ਗਏ ਮੈਂ ਦੇਖਿਆ ਦੁੱਧ ਤਾਂ ਘੱਟ ਗਿਆ। ਸੋ ਦੁੱਧ ਘਟਣ ਨਾਲ ਕੀ ਹੋਇਆ, ਮੈਂ ਚਾਹ ਨਹੀਂ ਬਣਾ ਸਕਦੀ। ਸੋ ਦੁੱਧ ਕੀ ਹੈ, ਲਿਮਿਟਿੰਗ ਰੀਏਜੈਂਟ ਹੈ। ਮਤਲਬ ਕਿ ਉਹ ਰਿਐਕਟੈਂਟ ਜਿਹਦੀ ਵਜ੍ਹਾ ਨਾਲ ਮੇਰੀ ਰਿਐਕਸ਼ਨ ਸਟਾਪ ਹੋ ਗਈ, ਜਿਹਦੀ ਵਜ੍ਹਾ ਨਾਲ ਮੈਨੂੰ ਰਿਐਕਸ਼ਨ ਨਹੀਂ ਕਰਨਾ ਕਰ ਸਕਾਂ, ਮੈਂ ਉਸ ਰਿਐਕਟੈਂਟ ਦੀ ਵਜ੍ਹਾ ਨਾਲ ਮੈਂ ਰਿਐਕਸ਼ਨ ਨਾ ਕਰ ਸਕਾਂ, ਉਹਨੂੰ ਲਿਮਿਟਿੰਗ ਰੀਏਜੈਂਟ ਕਹਿੰਦੇ। ਇੱਦਾਂ ਹੀ ਕੀ ਹੈ, ਜਦੋਂ ਮੈਂ ਕੋਈ ਵੀ ਕੈਮੀਕਲ ਰਿਐਕਸ਼ਨ ਕਰੂੰਗੀ ਉਹਦੇ ਡਿਫਰੈਂਟ ਕੰਪਾਊਂਡਸ ਹੋਣਗੇ, ਠੀਕ ਹੈ। ਡਿਫਰੈਂਟ ਕੰਪਾਊਂਡਸ ਨੂੰ ਜਦੋਂ ਮੈਂ ਐਡ ਕਰੂੰਗੀ ਤਾਂ ਕੁਝ ਨਾ ਕੁਝ ਤਾਂ ਕੋਈ ਨਾ ਕੋਈ ਚੀਜ਼ ਤਾਂ ਘਟੇਗੀ ਨਾ, ਉਹ ਜਿਹੜਾ ਘਟਣ ਵਾਲਾ ਹੋਏਗਾ ਉਹਨੂੰ ਲਿਮਿਟਿੰਗ ਰੀਏਜੈਂਟ ਕਹਿ ਦਾਂਗੇ, ਠੀਕ ਹੈ। ਇਹ ਆਪਾਂ ਉਸ ਟਾਈਮ ਪ੍ਰੈਕਟੀਕਲ ਦਾ ਕਰਕੇ ਨਹੀਂ ਦੇਖਾਂਗੇ, ਸੋ ਆਪਾਂ ਰਿਐਕਸ਼ਨ ਦੇ ਵਿੱਚੋਂ ਹੀ ਦੱਸਾਂਗੇ ਵੀ ਕੌਣ ਘੱਟ ਹੈ ਜਿਹੜੀ ਵਜ੍ਹਾ ਨਾਲ ਸਾਨੂੰ ਕਮੀ ਹੋ ਸਕਦੀ ਆ, ਸੋ ਉਹ ਆਪਾਂ ਜ਼ਿਆਦਾ ਲਿਆ ਕੇ ਦੇਵਾਂਗੇ। ਹੁਣ ਅੱਗੇ ਤੋਂ ਸਾਡੇ ਘਰ ਵੀ ਜਦੋਂ ਗੈਸਟ ਆਉਣਗੇ ਨਾ, ਮੈਂ ਦੁੱਧ ਜ਼ਿਆਦਾ ਲਿਆ ਕੇ ਰੱਖੂੰਗੀ ਕਿਉਂਕਿ ਦੁੱਧ ਲਿਮਿਟਿੰਗ ਰੀਏਜੈਂਟ ਹੈ, ਠੀਕ ਹੈ। ਚਲੋ ਨੈਕਸਟ ਚੀਜ਼ ਹੈ ਤੁਹਾਡੀ ਰਿਐਕਸ਼ਨਸ ਇਨ ਦਾ ਸੋਲਿਊਸ਼ਨ। ਇਹਦੀਆਂ ਕੁਝ ਡੈਫੀਨੇਸ਼ਨਸ ਨੇ, ਉਹ ਡੈਫੀਨੇਸ਼ਨਸ ਪੜ੍ਹਨੀਆਂ, ਦੈਨ ਆਪਣਾ ਚੈਪਟਰ ਖਤਮ ਹੈ।
ਇਹਦੇ ਵੀ numéricals ਹੋਣਗੇ। सो डेफिनेशन है मास परसेंट वॉल्यूम, मास परसेंट और वेट परसेंट। नैक्सट है मोल फ्रैक्शन की होंगे, मोलैरिटी की होंगी तो मोलैलिटी की होंगी। ठीक है, कली कली करके डेफिनेशन समझानी है। न्यूमेरिकल समझ के देखियो, मे बी तुहानू क्लास भी समझे होंगे। आप देखोगे, मैं एक्चुअली ना मेरा फोन का कैमरा खराब है, सो करके मैं लैपटॉप से सिर्फ स्क्रीन रिकॉर्डिंग कर रही हूँ। जिस दिन मैं ट्राई करूँगी, एक्चुअली स्टोरेज फुल हुई है फोन की, सो जो स्टोरेज का डाटा लैपटॉप च पाऊँगी फिर कैमरा चलेगा चंगी तरह। ज़्यादा नहीं वीडियो रिकॉर्ड करता, जिस दिन चल गया मैं उस दिन ही सारिਆਂ ਦੀਆਂ ਵੀਡੀਓਜ਼ ਬਣਾ ਦੇਣੀਆਂ खुद ही। ठीक है, सो ਹੁਣ ਤਾਂ मैं नैक्सट 2 ਵੀਡੀਓਜ਼ पोस्ट कर रही ਹਾਂ, सो ਤੁਸੀਂ दोनों ਵੀਡੀਓਜ਼ देख लियो। फर्स्ट चैप्टर कंप्लीट कर लेंगे। डेफिनेशन है मास परसेंट। सो मास परसेंट की होंगे मास ऑफ सोल्यूट ओवर मास ऑफ सोल्यूशन इंटू 100। ठीक है, सो पहली चीज़ ਤਾਂ ਇੱਥੇ सोल्यूट ਤੇ सोल्यूशन दो वर्ड यूज़ किए हैं। मे बी मैं पहला भी पढ़ा चुकी हाँ। सोल्यूशन की होंगे, सोल्यूट की होंगे तो सॉल्वेंट की होंगे। सोल्यूशन की है, आप एग्जाम्पल ले लें, दो चीज़ों को आप मिलाया, पानी तो खंड, दोनों ने मिल के की बन गया, पानी का मिठा पानी बन गया। ठीक है, उन्होंने आप सोल्यूशन कहने। सो कोई भी चीज़ जो घट अमाउंट च है, हूँ पानी है खंड है, इन्ना तो मेरा दिमाग काम करता है, मैं खंड घट पाऊँगी। ठीक है, पानी तो ज़्यादा ओबीअस है, पानी ज़्यादा होएगा, खंड जिन्नी मर्जी यूज़ कर ला, पानी तो ज़्यादा ही होएगा। सो जो घट अमाउंट है उन्हें सोल्यूट कहने हैं, जो समझ लो जो आप घोलते हैं उन्होंने सोल्यूट कहने हैं, जो ज़्यादा अमाउंट है उन्होंने आप सॉल्वेंट कहने हैं। सो मास परसेंट आप किद्दां कड्ढी दी है सोल्यूट की, जिन्ना साडे कोल सोल्यूट का मास है ओवर जिन्ना सोल्यूशन का मास है इंटू 100। ठीक है, ओके। नैक्सट डेफिनेशन है मोल फ्रैक्शन की होंगी है। अच्छा, मोल पढ़ चुके हैं। मोल की है, वेट ही है, दर्जन वाली गल दसी सी। मोल च की होंगे 6.022 इंटू 10⁻³ एटम्स होंगे, आप पढ़ चुके हैं। ठीक है, हुण मैं गल कर रही हूँ मोल फ्रैक्शन की। मोल फ्रैक्शन की होएगी, हुण वेट की तो लड़ाई उन्होंने खत्म हो गई सी, हुण उन्होंने मोल्स की लड़ाई शुरू हो गई। वो कहता मेरे मोल ज़्यादा है, वो कहता मेरे मोल ज़्यादा है। सो आप की करना, कुछ नहीं करना, दोनों के मोल कढ़ लेने हैं, वो फ्रैक्शन कढ़ देनी। उत्थे आप परसेंटेज कढ़ते सी, परसेंटेज कढ़न लई 100 नाल मल्टीप्लाई करना पैंदा सी, हुण आप 100 नाल नहीं मल्टीप्लाई करना, हुण आप जस्ट टोटल मोल दे विचों दस देने भी तेरे मोल किन्ने ते तेरे मोल किन्ने। ठीक है, सो ए ते बी की लड़ाई हो गई, दोनों नूं रिजोल्व किया, ए दे मोल कढ़ ले, बी दे मोल कढ़ ले, फिर मैं टोटल मोल कढ़ ले सोल्यूशन दे। सो ए ते बी टोटल मोल होणगे ओवर ए दे किन्ने है, ए दे किन्ने ओवर टोटल किन्ने, वो ए दी मोल फ्रैक्शन आ जाएगी, ए बी दे मोल किन्ने आ ओवर टोटल किन्ने आ, वो बी दी मोल फ्रैक्शन आ जाएगी। ठीक है, नैक्सट चीज़ आ मोलैरिटी। डेफिनेशनस ध्यान नाल पढ़नी, मोलैरिटी ते मोलैलिटी की होंदा है। ठीक है, थोड़ा इंपॉर्टेंट कॉन्सैप्ट है। मोलैलिटी की होंदा है ते मोलैरिटी की होंदा है। पहली गल तो दोनों से डिफरेंस देखो की है। मोलैरिटी आर आ रही है, ये विच की है मोलैलिटी एल आ रही है। होर फर्क की है, इहदा की है कैपिटल एम है, इहदा की है स्मॉल एम है। ये याद रखनी होंगी चीज़ां। ठीक है, हुण मैं मोलैरिटी ते मोलैलिटी की डेफिनेशन क्लीयर करूँगी, दैन आपां लैक्चर खत्म करते हैं। सो मोलैरिटी की होंदा है, मोलैरिटी इज एक्चुअली द नंबर ऑफ मोल्स ऑफ सोल्यूट ओवर वॉल्यूम ऑफ सोल्यूशन इन लीटर। कुछ नहीं किया, ये सारी चीज़ें सोल्यूशन लिए वैलिड है। सोल्यूशन के आप स्टाइकोमेट्री चेक कर रहे हैं। सो सोल्यूशन है मेरे को। ठीक है, हम सोल्यूशन ऑब्वियस है, वॉल्यूम नहीं होएगा, सोल्यूशन की है, कोई चीज़ में मिलकर बनया ना, तो वॉल्यूम ही चेक करूँगी, वेट तो चेक नहीं करूँगी। सो किसी भी वॉल्यूम का सोल्यूशन का वॉल्यूम ले लिया लीटर के विच ओवर, सॉरी उपर वो की लिखना नंबर ऑफ मोल्स ऑफ सोल्यूट। फॉर एग्जाम्पल मैं गल करा पानी दे विच मैं लून घोलिया, ठीक है, जहाँ खंड घोली या लून घोलिया। सो लून की सोल्यूट है, मैं देखूंगी मैं लून के किन्ने मोल पाए ओवर मेरा टोटल वॉल्यूम का सोल्यूशन की है लीटर के विच दसना। फॉर एग्जाम्पल मैं गल करा, मैं मोल मैं कैलकुलेटर नहीं कर रही, मैं चमचे वगैरह गल करूँगी, पर मैं इतने मोल की गल कर रही हूँ भी मैं 2 मोल पाए सोल्यूट NaCl दे। ठीक है, सो 2 मोल मैं ले लिया ओवर में 1 लीटर सोल्यूशन बनाया, सो 1 लीटर। सो मेरी मोलैरिटी की होगी 2m, 2 कैपिटल M। ठीक है, हुण इहदे च गल दित्ती है, सपोज वी हैव 1 मोलर सोल्यूशन ऑफ द सबसटेंस से NaOH, देन वी वांट टू प्रिपेयर 0.2 मोल सोल्यूशन फ्रॉम इट। सो 1m का मीनस की है, मेरे को 1 मोल दे विच की है 1 मोल NaOH में पाया 1 लीटर विच। वही सेम मेरे वाली गल भी मैं 1 मोल या 2 मोल मैं NaCl घोल दिते किन्ने विच 1 लीटर दे विच। सो मेरी मोलैरिटी इंडीकेट करती है। ठीक है, सो ये जिहड़ियां चीज़ां यूज़ होंदियां ना मोलैरिटी ते मोलैलिटी यूज़ होंदियां जो आप सोल्यूशन प्रिपेयर करते हैं, किन्ने मोलर वाला सोल्यूशन आप बनाना है, उदों ये चीज़ां यूज़ होंदियां। ठीक है जी, चलो हुण नैक्सट चीज़ जिहड़ी आ 1000 100 वाला ये हुंदा आ जिहड़ा 1000 100 की हुंदा है। मान लो इत्थे तां मैनूं क्या उन्हें वॉल्यूम लेना लीटर्स, ठीक है, और आप मोल नंबर ऑफ मोल्स ले लें। ठीक है, मान लो मैनूं उन्होंने वॉल्यूम देता ml च, मैनूं कहता उन्होंने 20 ml है, 50 ml है, फिर मैं की करूँगी, कुछ नहीं करना, मैनूं लीटर नूं मोल च कन्वर्ट करना, ml च कन्वर्ट करना आंदा,
ਮੈਨੂੰ ਪਤਾ 1 ਲੀਟਰ 'ਚ ਕਿੰਨੇ ml ਹੁੰਦੇ 1000 ml। ਸੋ ਜੇ ਮੈਂ ਕਹਾਂ 1 ਲੀਟਰ 'ਚ ਕਿੰਨੇ ml ਹੋਣਗੇ, 1 ml 'ਚ ਕਿੰਨੇ ਲੀਟਰ ਹੋਣਗੇ 1/1000। ਸੋ ਉਹੀ ਚੀਜ਼ ਹੈ। ਮੈਂ ਕੀ ਕੀਤਾ, ਇੱਥੇ ਐਗਜ਼ਾਮਪਲ ਹੈਗੀ ਇਹਦੀ, ਕੁਝ ਨਹੀਂ ਕਰਨਾ, ਉੱਪਰ ਮਲਟੀਪਲਾਈ ਸੌਰੀ ਚਲੋ ਅੱਗੇ ਪ੍ਰੋਸੀਡ ਕਰਦੇ ਹਾਂ। ਸੋ ਮੋਲੈਰਿਟੀ ਦੇ ਵਿੱਚ ਕੀ ਹੈ, ਮੈਂ ਕੁਛ ਨਹੀਂ ਕਰਨਾ, ਜੇ ਮੈਨੂੰ ml 'ਚ ਵੋਲਿਊਮ ਦੇ ਦੱਸ ਦਿੱਤਾ ਸੋਲਿਊਸ਼ਨ ਦਾ, ਮੈਂ ਉੱਪਰ ਲਿਖਣਾ ਨੰਬਰ ਆਫ ਮੋਲਸ ਆਫ ਸੋਲਿਊਟ ਓਵਰ ਵੋਲਿਊਮ ਸੋਲਿਊਸ਼ਨ ਇਨ ml ਇਨਟੂ ਕਰ ਦੇਣਾ 1000, ਤਾਂ ਮੇਰਾ ਆਂਸਰ ਆ ਜਾਏਗਾ। ਠੀਕ ਹੈ ਜੀ। ਸੋ ਨੈਕਸਟ ਚੀਜ਼ ਹੈ ਮੇਰੀ ਮੋਲੈਲਿਟੀ ਸਮਾਲ m। ਠੀਕ ਹੈ, ਇਹਦੇ ਵਿੱਚ ਮੈਂ ਗੱਲ ਕਰਨੀ ਆ, ਦੇਖੋ ਦੋਨਾਂ ਦੇ ਮੈਂ ਟਰਾਈ ਕਰਦੀ ਦੋਨਾਂ ਦੇ ਫਾਰਮੂਲੇ ਤੁਹਾਨੂੰ ਦਿਖਾਉਣ ਦੀ। ਹੁਣ ਦੇਖੋ ਤੁਹਾਨੂੰ ਦੋਨੇ ਫਾਰਮੂਲੇ ਕਲੀਅਰ ਹੋ ਰਹੇ ਆ, ਮੋਲੈਰਿਟੀ ਦਾ ਵੀ ਤੇ ਮੋਲੈਲਿਟੀ ਦਾ ਵੀ। ਮੋਲੈਰਿਟੀ ਕੀ ਸੀ, ਨੰਬਰ ਆਫ ਮੋਲਸ ਆਫ ਸੋਲਿਊਟ ਓਵਰ ਵੋਲਿਊਮ ਆਫ ਸੋਲਿਊਸ਼ਨ ਇਨ ਲੀਟਰ। ਇੱਥੇ ਕੀ ਹੈ, ਨੰਬਰ ਆਫ ਮੋਲਸ ਆਫ ਸੋਲਿਊਟ ਓਵਰ ਮਾਸ ਆਫ ਸੋਲਵੈਂਟ ਇਨ kg। ਦੇਖੋ ਕੀ ਫਰਕ ਹੈ, ਇਹਦੇ 'ਚ ਨਾ ਸੋਲਿਊਸ਼ਨ ਦਾ ਵੋਲਿਊਮ ਉੱਪਰ ਵਾਲੀ ਚੀਜ਼ ਸੇਮ ਹੈ, ਨੰਬਰ ਆਫ ਮੋਲਸ ਆਫ ਸੋਲਿਊਟ ਨੰਬਰ ਆਫ ਮੋਲਸ ਆਫ ਸੋਲਿਊਟ। ਠੀਕ ਹੈ, ਇਹਦੇ 'ਚ ਕੀ ਹੈ, ਸੋਲਿਊਸ਼ਨ ਦਾ ਵੋਲਿਊਮ ਲੈ ਰਹੀ ਸੀ, ਇਹਦੇ 'ਚ ਕੀ ਲੈ ਰਹੀ ਹੈ, ਮਾਸ ਲੈ ਰਹੀ ਕਿਹਦਾ, ਸੋਲਵੈਂਟ ਦਾ। ਸੋਲਵੈਂਟ ਵਰਡ ਮੈਂ ਦੱਸਿਆ ਸੀ, ਸੋਲਵੈਂਟ ਕੀ ਹੁੰਦਾ, ਕੋਈ ਵੀ ਸੋਲਿਊਸ਼ਨ ਦੇ ਵਿੱਚ ਜਿਹੜੀ ਚੀਜ਼ ਜ਼ਿਆਦਾ ਆ ਉਹਨੂੰ ਮੈਂ ਸੋਲਵੈਂਟ ਕਹਿੰਦੀ ਹਾਂ। ਠੀਕ ਹੈ, ਸੋ ਮੋਲੈਲਿਟੀ ਦੇ ਵਿੱਚ ਮੈਂ ਕੀ ਕੰਸੀਡਰ ਕਰਨਾ, ਮਾਸ ਆਫ ਸੋਲਵੈਂਟ ਇਨ kg। ਕੁਛ ਨਹੀਂ, ਥੋੜਾ ਜਿਹਾ ਫਰਕ ਹੈ, ਉਹਦੇ 'ਚ ਵੋਲਿਊਮ ਲੈਣੇ ਸੀ, ਇੱਥੇ ਕੀ ਲੈਣਾ, ਮਾਸ। ਉਹਦੇ 'ਚ ਸੋਲਿਊਸ਼ਨ ਦੀ ਗੱਲ ਹੋ ਰਹੀ ਸੀ, ਸੋਲਵੈਂਟ ਦੀ ਗੱਲ ਹੋ ਰਹੀ ਹੈ, ਉੱਪਰ ਵਾਲੀ ਚੀਜ਼ ਸੇਮ ਹੈ। ਹੁਣ ਇੱਥੇ kg ਕਿਹਾ, ਮੰਨ ਲਓ ਤੁਹਾਨੂੰ ਗ੍ਰਾਮ 'ਚ ਦਿੱਤਾ, ਫਿਰ ਤੁਸੀਂ ਕੀ ਕਰੋਗੇ, ਸੇਮ ਉਹੀ ਕੰਸੈਪਟ, ਉੱਪਰ 1000 ਨਾਲ ਮਲਟੀਪਲਾਈ ਕਰ ਦੇਣਾ। ਠੀਕ ਹੈ ਜੀ। ਹੁਣ ਇਹਦੇ 'ਚ ਨਾ ਇੱਕ ਕੁਐਸਚਨ ਆਉਂਦਾ ਹੁੰਦਾ CBSE 'ਚ, ਜੇ ਤੁਸੀਂ CBSE ਜਾਂ ਪੰਜਾਬ ਬੋਰਡ ਜਿਹੜੇ ਵੀ ਹੈਗੇ ਹੋ, ਕਹਿੰਦਾ ਕੁਐਸਚਨ ਕੀ ਆਉਂਦਾ ਹੁੰਦਾ ਵੀ ਮੋਲੈਰਿਟੀ ਜ਼ਿਆਦਾ ਵਧੀਆ ਕਿਸੇ ਸੋਲਿਊਸ਼ਨ ਦੀ ਜਾਂ ਮੋਲੈਲਿਟੀ ਵਧੀਆ ਹੈ। ਮੋਲੈਲਿਟੀ ਤੇ ਮੋਲੈਰਿਟੀ ਦੋਨਾਂ 'ਚ ਕੀ ਫਰਕ ਹੈ, ਤੇ ਸਾਨੂੰ ਕਿਹੜੀ ਚੀਜ਼ ਕੰਸੀਡਰ ਕਰਨੀ ਚਾਹੀਦੀ। ਮੰਨ ਲਓ ਮੈਂ ਕੋਈ ਸੋਲਿਊਸ਼ਨ ਬਣਾਉਣਾ, ਮੈਂ ਕੀ ਕੰਸੀਡਰ ਕਰਾਂ, ਮੋਲੈਰਿਟੀ ਯੂਜ਼ ਕਰਾਂ ਜਾਂ ਮੋਲੈਲਿਟੀ ਯੂਜ਼ ਕਰਾਂ। ਸੋ ਆਂਸਰ ਹੈਗਾ ਆ ਮੋਲੈਲਿਟੀ ਯੂਜ਼ ਕਰਨਾ, ਮੋਲੈਲਿਟੀ ਬੈਟਰ ਹੈ। ਕਿਉਂ ਬੈਟਰ ਹੈ, ਇਹ ਮੈਂ ਤੁਹਾਨੂੰ ਸਮਝਾਉਂਦੀ ਹਾਂ। ਦੇਖੋ ਹੁਣ ਮੰਨ ਲਓ ਮੈਂ ਤੁਹਾਨੂੰ 1 ਮੋਲਰ ਸੋਲਿਊਸ਼ਨ ਦੇ ਕੇ ਭੇਜਤਾ, ਮੈਂ ਕਿਹਾ 1 ਮੋਲਰ ਸੋਲਿਊਸ਼ਨ ਹੈ। ਹੁਣ ਇੱਕ ਹੈਗਾ ਮੈਂ ਤੁਹਾਨੂੰ ਸਰਦੀਆਂ 'ਚ 1 ਮੋਲਰ ਸੋਲਿਊਸ਼ਨ ਬਣਾਉਣ ਨੂੰ ਕਿਹਾ, ਇੱਕ ਹੈਗਾ ਮੈਂ ਤੁਹਾਨੂੰ ਗਰਮੀਆਂ 'ਚ 1 ਮੋਲਰ ਸੋਲਿਊਸ਼ਨ ਬਣਾਉਣ ਨੂੰ ਕਿਹਾ। ਹੁਣ ਦੇਖੋ ਮੋਲੈਰਿਟੀ ਵਿੱਚ ਕੀ ਯੂਜ਼ ਹੋ ਰਿਹਾ, ਵੋਲਿਊਮ ਯੂਜ਼ ਹੋ ਰਿਹਾ ਸੋਲਿਊਸ਼ਨ ਦਾ। ਠੀਕ ਹੈ, ਹੁਣ ਮੈਂ ਇਕੱਲੇ ਪਾਣੀ ਦੀ ਗੱਲ ਨਹੀਂ ਕਰ ਰਹੀ, ਸੋਲਿਊਸ਼ਨ 'ਚ ਕੁਝ ਵੀ ਹੋ ਸਕਦਾ। ਸੋ ਜੇ ਮੈਂ ਗਰਮੀਆਂ ਦੀ ਗੱਲ ਕਰਾਂ ਤਾਂ ਵੋਲਿਊਮ ਮੈਨੂੰ ਪਤਾ ਐਕਸਪੈਂਡ ਹੋ ਜਾਏਗਾ, ਗਰਮੀਆਂ ਦੇ ਵਿੱਚ ਜ਼ਿਆਦਾ ਹੋਏਗਾ। ਜੇ ਮੈਂ ਸਰਦੀਆਂ ਦੀ ਗੱਲ ਕਰਾਂ ਤਾਂ ਘੱਟ ਹੋਏਗਾ। ਸੋ ਜਿਹੜਾ ਵੋਲਿਊਮ ਹੈ ਕਿਸੇ ਵੀ ਚੀਜ਼ ਦਾ, ਉਹ ਕੀ ਹੈ, ਟੈਂਪਰੇਚਰ ਨਾਲ ਚੇਂਜ ਹੁੰਦਾ ਹੈ। ਸੋ ਇੱਦਾਂ ਤਾਂ ਮੇਰੀ ਮੋਲੈਰਿਟੀ ਚੇਂਜ ਹੋ ਜਾਏਗੀ, ਮੈਂ ਕਹੂੰਗੀ ਕੁਛ ਤਾਂ ਅਗਲਾ ਕੁਛ ਸਮਝੇਗਾ। ਜੇ ਮੈਂ ਗੱਲ ਕਰਾਂ ਮੋਲੈਰਿਟੀ ਦੀ, ਉਹਦੇ 'ਚ ਤਾਂ ਮਾਸ ਹੀ ਹੈ, ਮਾਸ ਤਾਂ ਨਹੀਂ ਕਦੀ ਚੇਂਜ ਹੋਏਗਾ, ਚਾਹੇ ਜਿੰਨੇ ਮਰਜ਼ੀ ਗਰਮੀ ਹੋਵੇ, ਜਿੰਨੀ ਮਰਜ਼ੀ ਸਰਦੀ ਹੋਵੇ, ਤਾਂ ਨਹੀਂ ਕੁਛ ਹੋਏਗਾ। ਸੋ ਮੋਲੈਰਿਟੀ ਜਿਹੜੀ ਹੈ ਉਹ ਆਪਾਂ ਕਹਾਂਗੇ ਵਧੀਆ ਹੈ, ਬਿਕੋਜ਼ molality of a solution does not changes with temperature since mass remains unaffected with temperature। molality ਦੇ ਵਿੱਚ ਕੀ ਸੀ, ਵੋਲਿਊਮ ਲੈ ਰਹੇ ਸੀ ਸੋਲਿਊਸ਼ਨ ਦਾ, ਜਿਹੜਾ ਕਿ ਟੈਂਪਰੇਚਰ ਨਾਲ ਚੇਂਜ ਹੋ ਸਕਦਾ ਹੈ। molality ਵਿੱਚ ਆਪਾਂ ਮਾਸ ਲੈ ਰਹੇ ਹਾਂ, ਜਿਹਦੇ ਤੇ ਟੈਂਪਰੇਚਰ ਦਾ ਕੋਈ ਇਫੈਕਟ ਨਹੀਂ ਪੈਂਦਾ। ਸੋ molality ਇਜ਼ ਜ਼ਿਆਦਾ ਵਧੀਆ। ਸੋ molality ਕਦੀ ਵੀ ਕਿਸੇ ਸੋਲਿਊਸ਼ਨ ਦੀ ਚੇਂਜ ਨਹੀਂ ਹੋਏਗੀ, ਕਿਉਂਕਿ ਜਿਹੜਾ ਮਾਸ ਹੈ ਉਹ ਟੈਂਪਰੇਚਰ ਦੇ ਨਾਲ ਅਨਅਫੈਕਟਡ ਰਹਿੰਦਾ। ਸੋ ਇਹਦੇ ਨਾਲ ਆਪਣਾ ਚੈਪਟਰ ਜਿਹੜਾ ਆਲਮੋਸਟ ਖਤਮ ਹੈ, ਨਿਊਮੈਰੀਕਲ ਪੋਰਸ਼ਨ ਨੂੰ ਛੱਡ ਕੇ। ਥਿਓਰੈਟੀਕਲ ਪੋਰਸ਼ਨ ਸਾਰਿਆਂ ਦੀਆਂ ਡੈਫੀਨੇਸ਼ਨਸ ਆਲਮੋਸਟ ਹੋ ਚੁੱਕੀਆਂ ਹੈ। ਇੱਕ ਚੀਜ਼ ਮੈਂ ਤੁਹਾਨੂੰ ਸੁਜੈਸਟ ਕਰੂੰਗੀ, ਤੁਸੀਂ ਇਹ ਸਮਰੀ ਜ਼ਰੂਰ ਪੜ੍ਹਨੀ ਹੈ। ਠੀਕ ਹੈ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰ ਦਿਓ। ਠੀਕ ਹੈ, ਸ਼ੇਅਰ ਕਰਨਾ ਜਿੱਦਾਂ ਤੁਹਾਡੀ ਮਰਜ਼ੀ। ਮੈਂ ਨਹੀਂ ਕਹਿੰਦੀ ਵੀ ਤੁਸੀਂ ਮੇਰੇ ਚੈਨਲ ਦੇ ਵਿਊਜ਼ ਬਣਾਉਣੇ ਜਾਂ ਕੁਝ ਵੀ ਹੈਗਾ, ਤੁਹਾਨੂੰ ਜੇ ਖੁਦ ਨੂੰ ਸਮਝ ਆਉਂਦਾ ਨਾ, ਤੁਸੀਂ ਕਿਸੇ ਹੋਰ ਨੂੰ ਸਮਝਾਓ, ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆ ਜਾਏਗਾ। ਠੀਕ ਹੈ, ਸੋ ਅੱਜ ਦੇ ਲਈ ਥੈਂਕ ਯੂ ਸੋ ਮਚ। ਮੇਰਾ ਇੰਨਾ ਲੰਬਾ ਲੈਕਚਰ ਦੇਖਣ ਲਈ, ਅੱਜ ਦਾ ਲੈਕਚਰ ਲੰਬਾ ਹੋ ਗਿਆ, 30-20 ਮਿੰਟਸ ਦਾ ਹੋ ਗਿਆ। ਠੀਕ ਹੈ, ਸੋ ਥੈਂਕ ਯੂ ਸੋ ਮਚ। ਅਤੇ ਬੈਲ ਆਈਕਨ ਦੱਬ ਦਿਓ ਜੇ ਤੁਸੀਂ ਅੱਗੇ ਫਰਦਰ ਛੇਤੀ ਦੇਖਣੀਆਂ ਚਾਹੁੰਦੇ ਹੋ ਵੀਡੀਓਜ਼, ਔਰ ਸਬਸਕ੍ਰਾਈਬ ਕਰ ਲਓ ਚੈਨਲ। ਥੈਂਕ ਯੂ ਸੋ ਮਚ।